A very good evening to all of you. Hope so you are good and well. Today we are going to start Edmund Spencer. We will discuss the first and the prominent writer of the Elizabethan period, Edmund Spencer. Before going to start this lecture, I would like to request to all my students, please plug in your earbud or your earphone in your ear so that you could not distracted from the outer environment. And let's get started. सब तो पहला था इस पर्सन का नाम एडमंड स्पेंसर, जिसका ਇਹਦਾ ਲਾਈਫ ਸਪੈਨ ਹੈ 1552 ਤੋਂ ਲੈ ਕੇ 1599, 1552 ਤੋਂ ਲੈ ਕੇ 1599। ਇਸ ਦੀ ਜਿਹੜੀ ਬਰਥ ਹੈ ਈਸਟ ਸਮਿਥਫੀਲਡ ਲੰਡਨ ਦੇ ਵਿੱਚ ਹੈ। ਈਸਟ ਸਮਿਥਫੀਲਡ ਲੰਡਨ, ਜਿਹਦਾ ਇਸ ਦਾ ਬੈਕਗ੍ਰਾਉਂਡ ਹੈ ਜਿਹੜਾ ਬਿਲਕੁਲ ਪੂਅਰ ਬੈਕਗ੍ਰਾਉਂਡ ਤੋਂ ਸੀ। ਇਹ ਮੈਂ ਤੁਹਾਨੂੰ ਇੰਗਲਿਸ਼ ਲਿਟਰੇਚਰ ਦੇ ਵਿੱਚ ਸਿਰਫ ਡਾਟਾ ਜਾਂ ਇਨਫੋਰਮੇਸ਼ਨ ਪ੍ਰੋਵਾਈਡ ਹੀ ਨਹੀਂ ਕਰਵਾਵਾਂਗਾ, ਉਸ ਦੇ ਨਾਲ ਨਾਲ ਤੁਹਾਨੂੰ ਦੱਸਾਂਗਾ ਚੀਜ਼ਾਂ ਨੂੰ ਯਾਦ ਕਿਵੇਂ ਕੀਤਾ ਜਾ ਸਕਦਾ ਹੈ, ਉਹਨਾਂ ਨੂੰ ਲੰਮੇ ਸਮੇਂ ਤੱਕ ਯਾਦ ਕਿਵੇਂ ਰੱਖ ਸਕਦੇ ਹਾਂ ਅਸੀਂ, ਜਾਂ ਉਹਨਾਂ ਨੂੰ ਕੋਈ ਨਾ ਕੋਈ ਨਿਮੋਨਿਕਸ ਬਣਾ ਕੇ, ਕੋਈ ਨਾ ਕੋਈ ਕੋਰਲੇਟ ਬਣਾ ਕੇ ਸ਼ਬਦ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਨੂੰ ਇਸ ਤਰੀਕੇ ਨਾਲ ਯਾਦ ਰੱਖਿਆ ਜਾ ਸਕਦੇ ਕਿ ਉਹ ਲੰਮੇ ਸਮੇਂ ਤੱਕ ਯਾਦ ਰਹੇ। ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਇਹਨਾਂ ਸਾਰੀਆਂ ਵੀਡੀਓਜ਼ ਵਿੱਚ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਕੀ ਹੁੰਦਾ ਅਕਸਰ ਸਾਡੇ ਕੋਲ ਡਾਟਾ ਤਾਂ ਬਹੁਤ ਸਾਰਾ ਹੁੰਦਾ ਹੈ, ਪਰ ਡਾਟਾ ਨੂੰ ਯਾਦ ਕਰਨਾ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ। ਇਸ ਤਰੀਕੇ ਨਾਲ ਤੁਹਾਨੂੰ ਮੈਂ ਸੌਖੇ ਤਰੀਕੇ ਦੇ ਨਾਲ ਆਪਣੀ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਲੰਮੇ ਸਮੇਂ ਤੱਕ ਤੁਹਾਡੇ ਚੀਜ਼ਾਂ ਯਾਦ ਵੀ ਰਹਿਣਗੀਆਂ। ਇੱਕ ਹੀ ਕਰਕੇ ਗੱਲ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਤਾਂ ਇਹ ਪਰਸਨ ਸੀਗਾ, ਸਮਝ ਲਓ ਕਿ ਪੂਰ ਬੈਕਗ੍ਰਾਉਂਡ ਤੋਂ ਸੀ। ਮੈਂ ਤੁਹਾਨੂੰ ਲਾਸਟ ਦੇ ਵਿੱਚ ਇੱਕ ਸਮਰਾਈਜ਼ ਫਾਰਮ ਦੇ ਵਿੱਚ ਵੀ ਦੱਸਾਂਗਾ, ਬਸ ਐਵੇਂ ਚੀਜ਼ਾਂ ਬਣੀਆਂ ਤੇ ਐਵੇਂ ਹੋ ਗਿਆ। ਇਹਦਾ ਜਿਹੜਾ ਬਰਥ ਸੀਗਾ ਈਸਟ ਸਮਿਥਫੀਲਡ ਲੰਡਨ ਦੇ ਵਿੱਚ ਸੀ। ਸਮਿਥਫੀਲਡ ਹੈ, ਫੀਲਡ ਇੱਕ ਖੇਤ ਹੈ, ਸਮਿਥ ਨਾਮ ਦਾ ਕੋਈ ਪਰਸਨ ਸੀ, ਈਸਟ ਵਾਲੀ ਸਾਈਡ ਦੇ ਵਿੱਚ ਰਹਿੰਦਾ ਸੀ। ਸਮਿਥਫੀਲਡ ਹੈ ਕਿਉਂਕਿ ਦੇਖੋ ਇਹਦਾ ਬੰਦਾ ਗਰੀਬ ਹੈ, ਖੇਤਾਂ ਦੇ ਵਿੱਚ ਕੰਮ ਕਰਦਾ। ਉਹ ਸਮਿਥ ਇੱਕ ਰਿਚ ਪਰਸਨ ਹੈ, ਰਿਚ ਨੇਮ ਹੈ, ਸਮਿਥ ਕਹਿੰਦੇ ਆਪਾਂ, ਠੀਕ ਹੈ। ਇਹ ਉੱਥੇ ਐ ਸਮਝ ਲਓ ਕਿ ਰਹਿੰਦਾ ਸੀ, ਉੱਥੋਂ ਦਾ ਬਰਥ ਹੈ। ਗਰੀਬ ਸੀ ਪਰ ਅਮੀਰ ਜਗ੍ਹਾ 'ਚ ਰਹਿੰਦਾ ਸੀ। ਇਹਦਾ ਮਤਲਬ ਇਹ ਹੈ ਦੱਸਣ ਦਾ ਗੱਲ ਮੈਂ ਤੁਹਾਨੂੰ ਕਿ ਇਹ ਬੰਦਾ ਜੰਮਿਆ ਤਾਂ ਗਰੀਬੀ ਦੇ ਵਿੱਚ, ਪਰ ਇਹਨੇ ਮਸ਼ਹੂਰੀ ਜਾਂ ਮੰਨ ਕੇ ਚਲੋ ਆਪਣੇ ਆਪ ਨੂੰ ਪਪੂਲਰਾਈਜ਼ ਇਸ ਤਰੀਕੇ ਨਾਲ ਕੀਤਾ ਕਿ ਉਸਨੂੰ ਦੁਨੀਆ ਯਾਦ ਰੱਖਦੀ ਹੈ ਤੇ ਅੱਜ ਵੀ ਅਸੀਂ ਵੀ ਯਾਦ ਰੱਖਦੇ ਹਾਂ। ਇਹਦੀ ਐਜੂਕੇਸ਼ਨ ਹੈ ਜਿਹੜੀ ਮਾਰਟ ਐਂਡ ਟੇਲਰ ਸਕੂਲ ਦੇ ਵਿੱਚ ਹੋਈ ਹੈ। ਮਾਰਟ ਐਂਡ ਟੇਲਰ ਗ੍ਰਾਮਰ ਸਕੂਲ ਸੀ। ਮਾਰਟ ਐਂਡ ਦਾ ਵਪਾਰੀ, ਟੇਲਰ ਦਾ ਟੇਲਰ, ਗ੍ਰਾਮਰ ਦਾ ਸਕੂਲ ਹੈ। ਗ੍ਰਾਮਰ ਸਿੱਖੋ ਕੋਈ ਹੁੰਦਾ ਪਰਸਨ ਪਹਿਲੀ ਵਾਰ ਵੀ ਇੰਗਲਿਸ਼ ਸੀਗਾ, ਗ੍ਰਾਮਰ ਸਿੱਖਣੀ ਸੀ। ਮਾਰਟ ਐਂਡ ਵਪਾਰੀ ਸੀ, ਟੇਲਰ ਸੀ। ਇਹਦਾ ਜਿਹੜਾ ਫਾਦਰ ਸੀਗਾ ਜੌਨ ਸਪੈਂਸਰ, ਕਿਉਂਕਿ ਸਪੈਂਸਰ ਹੈ ਸਰਨੇਮ ਇੱਥੇ ਵੀ ਸਪੈਂਸਰ ਹੈ, ਯਾਦ ਕਰਨਾ ਹੋਰ ਵੀ ਸੌਖਾ ਹੈ। ਇਸਦੇ ਜਿਹੜੇ ਫਾਦਰ ਦਾ ਕੰਮ ਸੀਗਾ ਕਲੌਥ ਦਾ ਕੰਮ ਸੀਗਾ, ਕਿਉਂਕਿ ਛੋਟਾ ਮੋਟਾ ਵਪਾਰੀ ਸੀ, ਛੋਟਾ ਮੋਟਾ ਕੰਮ ਕਰਦਾ ਸੀ। ਇਸ ਤਰੀਕੇ ਨਾਲ ਸਕੂਲ ਦੇ ਵਿੱਚ ਵੀ ਉੱਥੇ ਜਾਂਦਾ ਸੀ। ਇਸ ਤੋਂ ਬਾਅਦ ਇਹ ਪੈਂਬਰੌਕ ਕਾਲਜ ਦੇ ਵਿੱਚ ਪੜ੍ਹਾਈ ਕਰਦਾ ਹੈ, ਜਿਹਨੂੰ ਅੱਜ ਕੱਲ੍ਹ ਪੈਂਬਰੌਕ ਕਾਲਜ ਵੀ ਕਿਹਾ ਜਾਂਦਾ ਹੈ। ਸਕੂਲ ਤੋਂ ਬਾਅਦ ਕਾਲਜ ਚਲਾ ਜਾਂਦਾ ਹੈ ਪੈਂਬਰੌਕ ਕਾਲਜ ਦੇ ਵਿੱਚ। ਉੱਥੇ ਲੈਟਨ ਸਿੱਖਦਾ ਹੈ, ਹੀਬਰੂ ਸਿੱਖਦਾ ਹੈ, ਗ੍ਰੀਕ ਲੈਂਗੁਏਜ ਸਿੱਖਦਾ ਤੇ ਮਿਊਜ਼ਿਕ ਨੂੰ ਸਿੱਖਦਾ ਹੈ। ਲੈਟਨ ਲੈਂਗੁਏਜ ਸਿੱਖਦਾ ਹੈ, ਹੀਬਰੂ ਜਿਊਸ ਦੀ ਭਾਸ਼ਾ ਹੈ, ਗ੍ਰੀਕ ਦੇ ਲੋਕਾਂ ਦੀ ਭਾਸ਼ਾ ਹੈ, ਤੇ ਮਿਊਜ਼ਿਕ ਨੂੰ ਸਿੱਖ ਲੈਂਦਾ ਹੈ। ਇਸ ਤੋਂ ਬਾਅਦ ਇਹ ਕੈਂਬਰਿਜ ਯੂਨੀਵਰਸਿਟੀ ਜਾਂਦਾ ਹੈ। ਪਹਿਲਾਂ ਬੱਚਾ ਸਕੂਲ 'ਚ ਗਿਆ ਕਿਉਂਕਿ ਬਾਪੂ ਛੋਟਾ ਜਿਹਾ ਕੰਮ ਕਰਦਾ ਸੀ, ਮਾਰਕੀਟ ਟੇਲਰ ਜਿਹਾ ਸੀ। ਉਸ ਤੋਂ ਬਾਅਦ ਬੰਦਾ ਪੈਂਬਰੌਕ ਕਰਿਆ ਆਪਣੇ ਆਪ ਨੂੰ। ਪੈਂਬਰੌਕ ਦਾ ਮਤਲਬ ਕੀ ਹੁੰਦਾ ਹੈ, ਕਿਸੇ ਚੀਜ਼ ਨੂੰ ਵੱਡਾ ਬਣਾਉਣਾ, ਥੋੜਾ ਜਿਹਾ ਵਧਾਇਆ, ਪੈਂਬਰੌਕ, ਠੀਕ ਹੈ। ਜਿਵੇਂ ਆਪਾਂ ਕਿਸੇ ਚੀਜ਼ ਨੂੰ ਹੋਰ ਵਧਾ ਦਿੰਦੇ ਹਾਂ, ਬਰੋਕ ਟੁੱਟੇ ਕੋਈ ਚੀਜ਼ ਬਣ ਜਾਂਦੀ ਹੈ, ਤੇ ਪੈਨ ਦਾ ਮਤਲਬ ਕੀ ਵਿਸ਼ਾਲ, ਪੈਨ ਇੰਡੀਆ ਯਾਦ ਰੱਖੋਗੇ, ਪੈਨ ਹੈ ਪਰ ਇਹ ਪੈਂਬਰੌਕ ਯਾਦ ਰੱਖੋਗੇ। ਫਿਰ ਬੰਦਾ ਯੂਨੀਵਰਸਿਟੀ ਆ ਗਿਆ। ਉਸ ਦੇ ਵਿੱਚ ਕੀ ਕੀਤਾ ਨੇ, BA ਕੀਤੀ 1573 ਦੇ ਵਿੱਚ। 1573 ਦੇ ਵਿੱਚ BA ਕਰਦਾ, ਫਿਰ MA ਕਰ ਲੈਂਦਾ 1576 ਦੇ ਵਿੱਚ, 1576 ਦੇ ਵਿੱਚ। ਇਸ ਤੋਂ ਬਾਅਦ ਕੀ ਕਰਦਾ ਇਹ, ਇਸ ਤੋਂ ਬਾਅਦ ਇਹ ਯੂਨੀਵਰਸਿਟੀ ਨੂੰ ਛੱਡ ਦਿੰਦਾ 1576 ਦੇ ਵਿੱਚ ਜਾਂ 1576 ਦੇ ਵਿੱਚ। ਇਹ ਦੋ ਡੇਟ ਨੇ ਹੈਗੀਆਂ ਜਿਹੜੀਆਂ 1574 ਤੇ 1576। ਇਹ ਮੈਂ ਬਹੁਤ ਸਾਰੀ ਕਿਤਾਬਾਂ ਦੇ ਵਿੱਚ ਕਿਤੇ ਇਹ ਲਿਖਿਆ ਹੋਇਆ ਸੀ, ਕਿਤੇ ਲਿਖਿਆ ਸੀ, ਇਸ ਕਰਕੇ ਮੈਂ ਦੋਨੋਂ ਹੀ ਮੈਂਸ਼ਨ ਕਰਤੇ हैं, ਪਰ ਇਹ ਕੁਐਸਚਨ ਕਈ ਅੱਜ ਤੱਕ ਕਦੇ ਪੁੱਛਿਆ ਨਹੀਂ ਗਿਆ। मैं ਤੁਹਾਨੂੰ ਸਾਰੀ ਇਨਫੋਰਮੇਸ਼ਨ ਇਸ ਤਰੀਕੇ ਨਾਲ ਪੇਸ਼ ਕਰਦਾ ਕਿ ਤੁਹਾਨੂੰ ਕੋਈ ਹੋਰ ਕਿਤਾਬ ਚੱਕਣੀ ਨਾ ਪਵੇ, ਕਿਉਂਕਿ ਮੈਂ ਆਲਰੇਡੀ ਬਹੁਤ ਸਾਰੇ ਬੁੱਕਸ ਤੋਂ
ਬਹੁਤ ਸਾਰੇ ਨੋਟਸ ਤੋਂ, ਬਹੁਤ ਸਾਰੇ ਮਟੀਰੀਅਲ ਤੋਂ ਆਪਣੇ ਜਿਹੜਾ ਵਰਕ ਹੈ ਕੰਪਲੀਟ ਕਰਨ ਦੀ ਕੋਸ਼ਿਸ਼ ਕਰਦਾ ਤੇ ਉਸ ਨੂੰ ਯਾਦ ਕਰਾਉਣ ਦਾ ਤਰੀਕਾ ਵੀ ਦੱਸਦਾ। ਇਹ ਇਸ ਨੂੰ ਮਤਲਬ ਕਿ ਬਲਡ ਕੀਤਾ ਗਿਆ, ਬਲੀ ਦਾ ਦਫਨਾਇਆ ਗਿਆ। ਹੁਣ ਬੰਦਾ ਇਸ ਤੋਂ ਬਾਅਦ ਮੰਨ ਕੇ ਚਲੋ ਮਰਿਆ ਵੀ, ਜਦੋਂ ਇਹ ਬਲੀ ਕੀਤਾ ਗਿਆ ਵੈਸਟਮਿਨਸਟਰ ਐਬੇ ਨਾਮ ਦੀ ਇੱਕ ਜਗ੍ਹਾ ਹੈ, ਪਹਿਲਾਂ ਕਈ ਵਾਰੀ ਸੁਣੀ ਹੋਣੀ ਗੱਲ ਵੈਸਟਮਿਨਸਟਰ ਐਬੇ, ਇੱਕ ਇਹੀ ਜੀ ਜਗ੍ਹਾ ਹੈ ਜਿੱਥੇ ਮੰਨ ਕੇ ਚਲੋ ਚੌਸਰ ਨੂੰ ਦਫਨਾਇਆ ਗਿਆ ਸੀ। ਚੌਸਰ ਸੀਗਾ ਜਿਹੜਾ ਉਹ ਪਹਿਲਾ ਇੰਗਲਿਸ਼ ਦਾ ਪੋਇਟ ਮੰਨਿਆ ਜਾਂਦਾ ਹੈ। ਜਦੋਂ ਚੌਸਰ ਪਹਿਲਾ ਮੰਨਿਆ ਜਾਂਦਾ ਹੈ, ਦੂਜਾ ਮੰਨ ਲਿਆ ਜਾਂਦਾ ਹੈ। ਜਦੋਂ ਇਹ ਬੰਦਾ ਪਹਿਲਾ ਸੀ ਉਹਦੇ ਨਾਲ ਹੀ ਦਫਨਾਤਾ ਕਿਉਂਕਿ ਪਹਿਲਾ ਮਰ ਗਿਆ ਇਹਦੇ ਨਾਲ ਹੀ ਫਿਰ ਇਸ ਦੀ ਡੈਥ ਹੋਈ ਐਡਮੰਡ ਸਪੈਂਸਰ ਦੀ 1599 ਦੇ ਵਿੱਚ, ਇਹਨੂੰ ਇਹਦੇ ਨਾਲ ਹੀ ਦਫਨਾਇਆ ਜਾਂਦਾ ਹੈ। ਕਿੱਥੇ ਦਫਨਾਇਆ ਜਾਂਦਾ? ਵੈਸਟਮਿਨਸਟਰ ਅਬੇ, ਕਿਉਂਕਿ ਵੈਸਟ ਦਾ ਮਿਨਿਸਟਰ ਸੀ, ਜਨਮ ਦਾ ਈਸਟ 'ਚ ਹੋਇਆ ਸੀ ਪਰ ਮਰਿਆ ਵੈਸਟ 'ਚ। ਈਸਟ ਵੈਸਟ ਯਾਦ ਰੱਖੋਗੇ, ਈਸਟ ਜਨਮ ਹੁੰਦਾ ਹੈ, ਮਰਦਾ ਵੈਸਟ 'ਚ। ਵੈਸਟਮਿਨਸਟਰ ਅਬੇ ਇਹ ਜਗ੍ਹਾ ਦਾ ਨਾਮ ਹੈ, ਵੈਸਟਮਿਨਸਟਰ ਅਬੇ। ਸਮਝ ਲਓ ਕਿ ਨਾ ਇੱਕ ਸ਼ਮਸ਼ਾਨ ਘਾਟ ਜਿਵੇਂ ਆਪਣੇ ਹੁੰਦੇ ਨੇ ਉਸ ਤਰ੍ਹਾਂ ਇੱਥੇ ਇਹਨਾਂ ਨੂੰ ਦਫਨਾਇਆ ਜਾਂਦਾ ਹੈ, ਬਰੀ ਕੀਤਾ ਜਾਂਦਾ ਹੈ, ਆਪਣੇ ਤਾਂ ਜਲਾ ਜਾਂਦੇ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਦਫਨਾਇਆ ਜਾਂਦਾ ਹੈ। ਵੈਸਟਮਿਨਸਟਰ ਅਬੇ ਦੇ ਵਿੱਚ ਦਫਨਾਇਆ ਗਿਆ ਚੌਸਰ ਦੇ ਨਾਲ। ਇਹਦਾ ਇੱਕ ਆਪਸੀ ਟਾਈਟਲ ਲਿਖਿਆ ਜਾਂਦਾ, ਜਿਹੜਾ ਟਾਈਟਲ ਸੀਗਾ ਇਹਦੀ ਕੋਈ ਟਾਈਟਲ ਦਿੱਤਾ ਗਿਆ। ਇਹ ਟਾਈਟਲ ਜਿਹੜਾ ਦਿੱਤਾ ਗਿਆ ਇੰਗਲਿਸ਼ ਵਰਜਨ ਦੇ ਨਾਮ ਤੋਂ ਦਿੱਤਾ ਗਿਆ ਇਹਨੂੰ ਟਾਈਟਲ। ਵਰਜਨ ਇੱਕ ਰੋਮਨ ਪੋਇਟ ਸੀ ਜਿਹੜਾ ਬਹੁਤ ਮਸ਼ਹੂਰ ਸੀ, ਇੱਕ ਪ੍ਰੋਮੀਨੈਂਟ ਪੋਇਟ ਸੀਗਾ ਜਿਹੜਾ ਵਰਜਨ, ਉਹਦੇ ਨਾਮ ਤੋਂ ਇਹਨੂੰ ਟਾਈਟਲ ਦਿੱਤਾ ਗਿਆ ਦਾ ਇੰਗਲਿਸ਼ ਵਰਜਨ। ਉਸ ਤੋਂ ਬਾਅਦ ਜਿਹੜੇ ਇਸ ਤੋਂ ਜ਼ਿਆਦਾਤਰ ਜਿਹੜਾ ਅੱਜ ਵਾਲਾ ਜਿਹੜਾ ਲੈਕਚਰ ਹੈ ਇਸ ਉੱਤੇ ਡਿਪੈਂਡ ਹੈ ਕਿ ਅੱਜ ਦੇ ਵਿੱਚ ਅਸੀਂ ਇਸ ਰਾਈਟਰ ਦੀ ਪੂਰੀ ਡਿਟੇਲ ਕਰਨ ਦੀ ਕੋਸ਼ਿਸ਼ ਕਰਾਂਗੇ। ਡਿਟੇਲ ਦੇ ਵਿੱਚ ਕੀ ਇਹਦੀ ਲਾਈਫ ਸਪੈਨ, ਲਾਈਫ ਕਿਵੇਂ ਰਹੀ, ਇਹਦੀ ਕਿਵੇਂ ਨੇ ਕੀ ਕੀਤਾ, ਇਹਦੀ ਲਾਈਫ ਦੇ ਵਿੱਚ ਕੀ ਕੀ ਬੀਤਿਆ, ਜਿਹੜੇ ਮੋਸਟ ਇੰਪੋਰਟੈਂਟ ਐਸਪੈਕਟ ਨੇ ਅਸੀਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਬਾਅਦ ਜਿਹੜੇ ਵਰਕ ਅਸੀਂ ਨੈਕਸਟ ਲੈਕਚਰ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ। ਇਹਨੂੰ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਇਸ ਪਰਸਨ ਦੀ ਲਾਈਫ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ, ਇਹਦੀ ਵਰਕ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਨੇ ਲਾਈਫ ਦੇ ਵਿੱਚ ਕਿਹੜੀਆਂ ਸਿਚੁਏਸ਼ਨਾਂ ਨੂੰ ਚੱਲਿਆ, ਕਿਹੜੇ ਸਰਕਮਸਟੈਂਸ ਨੂੰ ਦੇਖਿਆ, ਕੀ ਫੇਸ ਕੀਤਾ, ਕਿਸ ਪਰਸਨ ਨੇ ਇਹਨੂੰ ਕੀ ਕਿਹਾ। ਇਹ ਜਿਹੜੇ ਕੁਐਸਚਨ ਨੇ ਮੋਸਟ ਇੰਪੋਰਟੈਂਟ ਜਿਹੜੇ ਐਸਪੈਕਟ ਨੇ, ਸਿਰਫ ਅਸੀਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਚਲੋ ਇਸ ਨੂੰ ਲੈ ਕਰਕੇ ਅਸੀਂ ਅੱਗੇ ਵਧਦੇ ਹਾਂ। ਪਹਿਲੀ ਗੱਲ ਤਾਂ ਇਹਨੂੰ ਪ੍ਰਿੰਸ ਆਫ ਪੋਇਟ ਆਫ ਆਲ ਦੀ ਟਾਈਮ ਕਿਹਾ ਜਾਂਦਾ ਹੈ। ਪ੍ਰਿੰਸ ਇੱਕ ਰਾਜਕੁਮਾਰ ਹੁੰਦਾ ਹੈ, ਕਹਿੰਦਾ ਹਰ ਵਕਤ ਇੱਕ ਰਾਜਕੁਮਾਰ ਪੋਇਟ ਜਿਹੜਾ ਰਿਹਾ ਬੰਦਾ ਉਹ ਇਹ ਸੀ। ਇਸ ਤੋਂ ਬਾਅਦ ਇੱਕ ਗੱਲ ਕਹੀ ਨਾ ਪੋਇਟਸ ਕੋਈ ਕਮੀਆਂ ਦਾ ਕਵੀ ਵੀ ਕਿਹਾ ਜਾਂਦਾ ਹੈ। ਇੱਕ ਬੰਦਾ ਰਾਜਕੁਮਾਰ ਹੈ ਤਾਂ ਸਾਰੇ ਦੇ ਰਾਜਕੁਮਾਰ ਹਰ ਸਮੇਂ ਰਾਜ ਕਰਨ ਲੱਗ ਰਿਹਾ, ਉਹ ਕਵੀਆਂ ਦਾ ਕਵੀ ਦੇ ਸਾਰਿਆਂ ਦੇ ਉੱਪਰ ਰਾਜ ਕਰਦਾ ਹੈ, ਪ੍ਰਿੰਸ ਹੈ, ਰਾਜ ਕਰਦਾ ਹੈ। ਇਹ ਚਾਰਲਸ ਲੈਮ ਨੇ ਕਿਹਾ ਸੀ। ਇਹਨੂੰ ਕਿਵੇਂ ਯਾਦ ਰੱਖੋਗੇ? ਚਾਰਲਸ ਲੈਮ ਲਿਖਿਆ ਹੋਇਆ LAMB, ਐ ਸਮਝ ਲਓ ਕਿ ਲੰਬਾ ਲਿਖਿਆ ਹੋਇਆ ਲੈਮ, ਲੰਬਾ ਲੌਂਗ। ਕੋਈ ਬੰਦਾ ਆਪਣੇ ਕੱਦ ਦੇ ਵਿੱਚ ਇੰਨਾ ਲੰਮਾ ਹੋ ਗਿਆ ਜਿਹਦੇ ਕਾਰਨ ਉਹਨੇ ਬਾਕੀ ਕਵੀਆਂ ਦੇ ਉੱਤੇ ਵੀ ਰਾਜ ਕੀਤਾ। ਰਾਜਕੁਮਾਰ ਦੀ ਤਰ੍ਹਾਂ ਰਿਹਾ, ਰਾਜ ਕੀਤਾ ਤਾਂ ਰਾਜਕੁਮਾਰ ਦੀ ਤਰ੍ਹਾਂ ਲੋਕਾਂ ਦੇ ਉੱਤੇ ਰਾਜ ਕੀਤਾ, ਬਾਕੀ ਕਵੀਆਂ ਨੂੰ ਵੀ ਕਵੀਆਂ ਦਾ ਕਵੀ ਬਣਿਆ। ਇਸ ਤਰੀਕੇ ਨਾਲ ਯਾਦ ਰੱਖਣਾ ਚਾਰਲਸ ਲੈਮ ਨੇ ਗੱਲ ਕਹੀ ਸੀ, ਪ੍ਰਿੰਸ ਆਫ ਦੀ ਪੋਇਟ ਆਫ ਆਲ ਟਾਈਮ, ਹਰ ਵਕਤ ਦਾ ਹਰ ਸਮੇਂ ਦਾ ਜਿਹੜਾ ਰਾਜਕੁਮਾਰ ਹੈ ਕਵੀਆਂ ਦਾ ਉਹ ਸੀਗਾ ਜਿਹੜਾ ਚਾਰਲਸ ਲੈਮ ਹੈ, ਜਾਂ ਪੋਇਟ ਕਵੀਆਂ ਦਾ ਕਵੀ ਜਿਹੜਾ ਚਾਰਲਸ ਲੈਮ ਨੇ ਕਹੀ ਗੱਲ ਹੈ। ਠੀਕ ਹੈ, ਐਡਮੰਡ ਸਪੈਂਸਰ ਦੀ ਲਈ ਗੱਲ ਕਹੀ ਗਈ ਹੈ ਕਿ ਪ੍ਰਿੰਸ ਹੈ ਜਿਹੜਾ ਪੋਇਟ, ਪ੍ਰਿੰਸ ਹੈ ਜਿਹੜਾ ਹਰ ਸਮੇਂ ਦਾ, ਤੇ ਕਵੀਆਂ ਦਾ ਕਵੀ ਹੈ ਜਿਹੜਾ ਐਡਮੰਡ ਸਪੈਂਸਰ, ਉਹ ਚਾਰਲਸ ਲੈਮ ਨੇ ਕਹੀ। ਕਿਹੜਾ ਲੰਮਾ ਪਰਸਨ ਹੁੰਦਾ ਹੈ ਉਹ ਹਰ ਵਕਤ ਆਪਣੇ ਕੱਦ ਨੂੰ ਇੰਨਾ ਉੱਚਾ ਕਰਕੇ ਰੱਖਦਾ ਹੈ ਕਿ ਸਾਰਿਆਂ ਦੇ ਉੱਤੇ ਰਾਜ ਕਰਦਾ ਹੈ ਇੱਕ ਰਾਜਕੁਮਾਰ ਦੀ ਤਰ੍ਹਾਂ, ਤੇ ਬਾਕੀ ਸਾਰਿਆਂ ਦਾ ਕਵੀਆਂ ਦਾ ਕਵੀ ਬਣਿਆ। ਇਹ ਪਹਿਲਾ ਪੁਆਇੰਟ ਸੀ। ਦੂਸਰਾ ਪੁਆਇੰਟ ਹੈ, ਮੈਂ ਪਹਿਲਾਂ ਵੀ ਦੱਸ ਚੁੱਕਿਆ, ਜਿਹੜਾ ਪਹਿਲਾ ਫਾਦਰ ਮੰਨਿਆ ਜਾਂਦਾ ਇੰਗਲਿਸ਼ ਪੋਇਟਰੀ ਦਾ ਉਹ ਚੌਸਰ ਨੂੰ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਦੂਸਰਾ ਜਿਹੜਾ ਫਾਦਰ ਮੰਨਿਆ ਜਾਂਦਾ, ਸੈਕੰਡ ਫਾਦਰ ਮੰਨਿਆ ਜਾਂਦਾ ਇੰਗਲਿਸ਼ ਪੋਇਟਰੀ ਦਾ, ਉਹ ਐਡਮੰਡ ਸਪੈਂਸਰ ਨੂੰ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਇਹਨੂੰ ਮੁੱਲਾ ਸਬਾਰਡ ਵੀ ਕਹਿੰਦੇ ਨੇ। ਮੁੱਲਾ ਸਬਾਰਡ ਇੱਕ ਸ਼ਬਦ ਹੈ ਸਕਦਾ ਜਿਹਨੂੰ ਕਵੀ ਨੂੰ ਕਿਹਾ ਜਾਂਦਾ ਹੈ। ਮੁੱਲਾ ਕੋਈ ਜਗ੍ਹਾ ਹੋਊਗੀ ਉਸ ਦਾ ਨਾਮ ਤੋਂ ਲਿਆ ਜਾਂਦਾ ਹੈ। ਜਿਵੇਂ ਫਸਟ ਆਪਣੇ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੂੰ ਬਿਹਾਰ ਕਿਹਾ ਜਾਂਦਾ ਹੈ, ਕਿਉਂਕਿ ਉਹਨੂੰ ਕਹਿੰਦੇ ਨੇ ਵੀ ਬਿਹਾਰ ਤੋਂ ਸੀ, ਇਸ ਕਰਕੇ ਉੱਥੋਂ ਦਾ ਕਵੀ ਮੰਨਿਆ ਜਾਂਦਾ ਹੈ। ਸਨਰਾਈਜ਼ ਆਫ ਇੰਗਲਿਸ਼ ਪੋਇਟਰੀ, ਸਨਰਾਈਜ਼ ਹੁੰਦਾ ਵੀ ਸੂਰਜ ਦਾ ਉਦੈ ਹੋਣਾ। ਇੰਗਲਿਸ਼ ਪੋਇਟਰੀ ਦੇ ਵਿੱਚ ਜਦੋਂ ਇਹ ਪਰਸਨ ਆਉਂਦਾ ਹੈ, ਇਹਨੇ ਲਿਖਿਆ ਸੀਗਾ ਤਾਂ ਇੰਗਲਿਸ਼ ਦੀ ਬ੍ਰਿਟੇਨ ਦੀ ਜਿਹੜੀ ਇੰਗਲਿਸ਼ ਪੋਇਟਰੀ ਸੀਗੀ ਉਹਦਾ ਇੱਕ ਸੂਰਜ ਉਦੈ ਹੋਇਆ, ਕਿਉਂਕਿ ਪਰਸਨ ਪਹਿਲੇ ਸੀ, ਸੂਰਜ ਉਦੈ ਜੋ ਹੋਇਆ ਪਹਿਲੀ ਵਾਰ ਜੜੂਗਾ। ਇਸ ਤੋਂ ਬਾਅਦ ਸੀਗਾ ਚਾਈਲਡ ਆਫ ਰੈਨੇਸਾਂ ਐਂਡ ਰਿਫਾਰਮੇਸ਼ਨ। ਰੈਨੇਸਾਂ ਸ਼ਬਦ ਉਹ ਸ਼ਬਦ ਹੁੰਦਾ ਹੈ ਜਿਹੜੇ ਚੀਜ਼ ਦੇ ਵਿੱਚ ਮੰਨ ਕੇ ਚਲੋ ਕਿ ਦੁਬਾਰੇ ਕੋਈ ਚੀਜ਼ ਆ ਜਾਂਦੀ ਹੈ, ਪੁਨਰ ਜਨਮ ਕਹਿ ਸਕਦੇ ਹਾਂ, ਜਿਹਦਾ ਆਪਾਂ ਜ਼ਿਆਦਾ ਕਹਿ ਸਕਦੇ ਹਾਂ, ਜਾਂ ਕਿਤੇ ਕੋਈ ਸੁਧਾਰ ਹੋ ਗਈ ਚੀਜ਼ ਬਣ ਗਈ, ਉਹਨੂੰ ਰੀਕਟ ਕਹਿੰਦੇ ਨੇ। ਉਹ ਬੰਦੇ ਨੇ ਰੀਕਟ ਨਹੀਂ ਕਹੀ ਸੀ ਗੱਲ। ਰੀਕਟ ਇੱਕ ਬਿਮਾਰੀ ਦਾ ਨਾਮ ਵੀ ਹੈ ਜਿਹਦੇ ਵਿੱਚ ਸੋਕਾ ਹੋ ਜਾਂਦਾ ਹੈ। ਦੇਖੋ ਜਦੋਂ ਕੋਈ ਬਿਮਾਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਖੋਜ ਹੋਣੀ ਸਟਾਰਟ ਹੋ ਜਾਂਦੀ ਹੈ।
ਉਹਦੇ ਵਿੱਚ ਦੇਖਿਆ ਜਾਂਦਾ ਕੀ ਕਮੀਆਂ ਸੀ ਕਿਵੇਂ ਦੂਰ ਕੀਤਾ ਜਾ ਸਕਦਾ ਹੈ। ਉਹਦੇ ਵਿੱਚ ਰਿਫਾਰਮੇਸ਼ਨ ਲੈ ਕੇ ਆਏ ਜਾਂਦੇ ਨੇ। ਤਾਂ ਰਿਕਟ ਹੈ ਜਿਹੜਾ ਸ਼ਬਦ ਸੀ, ਰਿਕਟ ਪਰਸਨ ਇਹ ਗੱਲ ਕਹੀ ਸੀ ਕਿ ਰੈਨੇਸਾਂ ਚਾਈਲਡ ਦਾ ਬੱਚਿਆਂ ਦੇ ਵਿੱਚ ਬਿਮਾਰੀ ਹੁੰਦੀ ਹੈ ਰਿਕਟ। ਇਹ ਜਿਹੜਾ ਮੰਨ ਕੇ ਚਲੋ ਚਾਈਲਡ ਸੀਗਾ ਰੈਨੇਸਾਂ ਦਾ, ਛੋਟੇ ਬੱਚਿਆਂ ਦੇ ਵਿੱਚ ਰਿਕਟ ਬਿਮਾਰੀ ਹੁੰਦੀ ਹੈ ਜਿਹੜੀ ਹੱਡੀਆਂ ਦੇ ਨਾਲ ਰਿਲੇਟਡ ਹੁੰਦੀ ਹੈ, ਜਿਹਦੇ ਕਾਰਨ ਜਿਹੜੀਆਂ ਹੱਡੀਆਂ ਨੇ ਬੋਨਸ ਨੇ ਟੇਢੀਆਂ ਮੇਢੀਆਂ ਹੋ ਜਾਂਦੀਆਂ ਨੇ। ਇਸ ਦੇ ਵਿੱਚ ਕੀ ਹੈ, ਚਾਈਲਡ ਆਫ ਰੈਨੇਸਾਂ ਮਤਲਬ ਕਿ ਪੁਨਰ ਜਨਮ ਹੋਇਆ, ਠੀਕ ਹੈ, ਚਾਈਲਡ ਬਣਿਆ ਜਿਹੜਾ ਬੱਚੇ ਦਾ ਕਿ ਰਿਫਾਰਮੇਸ਼ਨ ਦਾ ਚੇਂਜ ਦਾ ਬਦਲਾਅ ਦਾ, ਜਦੋਂ ਕਿ ਬਿਮਾਰੀ ਹੋ ਗਈ ਰਿਕਟ ਉਹਦੇ ਵਿੱਚ ਚੇਂਜਸ ਆਉਂਦੇ, ਬਦਲਾਅ ਰਿਫਾਰਮ ਹੋ ਜਾਂਦੀ ਕੋਈ ਚੀਜ਼, ਜਦੋਂ ਸੁਧਾਰ ਆ ਕੇ ਆਉਂਦਾ ਤਾਂ ਹੀ ਦਵਾਈ ਲੈ ਕੇ ਆਏ, ਤਾਂ ਹੀ ਵੈਕਸੀਨੇਸ਼ਨ ਲੈ ਕੇ ਆਈ ਜਾਂਦੀ ਹੈ। ਸਪੈਂਸਰ ਲਾਈਕ ਏ ਮਿਸਟ੍ਰੈਸ, ਇਹ ਗੱਲ ਕਹੀ ਸੀ ਸਪੈਂਸਰ ਲਾਈਕ ਏ ਮਿਸਟ੍ਰੈਸ। ਸਪੈਂਸਰ ਹੈ ਜਿਹੜਾ ਉਹ ਇੱਕ ਕੁੜੀ ਦੀ ਵਾਂਗੂ ਹੈ, ਮਿਸਟ੍ਰੈਸ ਵਾਂਗੂ ਹੈ। whose fault we see but love him with them all। ਐਗਜ਼ੈਲੈਂਡਰ ਪੌਪ ਨੇ ਇਹ ਗੱਲ ਕਹੀ ਸੀ ਕਿ ਸਪੈਂਸਰ ਇੱਕ ਕੁੜੀ ਦੇ ਵਾਂਗੂ ਹੈ, ਪਰ ਫਿਰ ਵੀ ਅਸੀਂ ਉਸ ਦੀਆਂ ਇਹ ਸਾਰੀ ਗੱਲਾਂ ਜਾਣਦੇ ਹੋਏ ਵੀ ਉਸ ਨੂੰ ਪਸੰਦ ਕਰਦੇ ਆ, ਉਹਨੂੰ ਲਵ ਕਰਦੇ ਆ। ਇਹਦਾ ਮਤਲਬ ਕੀ ਹੈ ਕਿ ਉਸ ਦਾ ਜਿਹੜਾ ਦਿਖਾਵਾ ਸੀ ਜਦ ਅਪੀਅਰੈਂਸ ਸੀ ਉਹ ਕੁੜੀਆਂ ਵਾਂਗੂ ਦਿਖਾਈ ਦਿੰਦਾ ਸੀ। ਇਹ ਗੱਲ ਐਗਜ਼ੈਲੈਂਡਰ ਪੌਪ ਨੇ ਕਹੀ ਸੀ। ਇਸ ਗੱਲ ਨੂੰ ਕਿਵੇਂ ਯਾਦ ਰੱਖਾਂਗੇ, ਜਿਹੜਾ ਪੌਪ ਸ਼ਬਦ ਹੈ ਨਾ, ਪੌਪ Song ਹੁੰਦੇ ਨੇ, ਪੌਪ ਗੀਤ ਕਹਿੰਦੇ ਆਪਾਂ ਜਿਨ੍ਹਾਂ ਨੂੰ। ਐਗਜ਼ੈਲੈਂਡਰ ਇੱਕ ਸ਼ਬਦ ਹੈ, ਆਪਾਂ ਨੂੰ ਕਹਿੰਦੇ ਮਹਾਨ ਸਿਕੰਦਰ ਜਾਂ ਐਗਜ਼ੈਲੈਂਡਰ ਇੰਗਲਿਸ਼ ਦਾ ਸ਼ਬਦ ਲੱਗਦਾ ਹੈ ਐਗਜ਼ੈਲੈਂਡਰ। ਜਿਹੜਾ ਪੌਪ ਸ਼ਬਦ ਹੈ, ਪੌਪ ਇੱਕ ਗੀਤ ਦਾ ਸ਼ਬਦ ਹੈ, ਗੀਤ ਹੁੰਦਾ ਹੈ ਪੌਪ Song। ਉਹਦੇ ਵਿੱਚ ਕੀ ਹੁੰਦਾ ਹੈ, ਗੀਤ ਦੇ ਵਿੱਚ ਲੋਕ ਨੇ ਜਿਹੜੇ ਨੱਚਦੇ ਨੇ ਉਹ ਸਾਰੇ ਤਰ੍ਹਾਂ ਦੀ ਪਰਫਾਰਮੈਂਸ ਕਰਦੇ ਨੇ, ਮੁੰਡਿਆਂ ਵਾਲੀ ਕੁੜੀਆਂ ਵੀ, ਬ੍ਰੇਕ ਡਾਂਸ ਵਾਲਾ ਵਗੈਰਾ ਵੀ। ਇਸ ਕਰਕੇ ਮੁੰਡਾ ਸੀਗਾ ਕਹਿੰਦਾ ਕੁੜੀਆਂ ਨੂੰ ਲੱਗਦਾ ਸੀ, ਪੌਪ ਜਿਹੜਾ ਡਾਂਸ ਸੀਗਾ ਪੌਪ ਟੌਪ ਜਿਹੜਾ ਰੱਖਾਂਗੇ ਕਿ ਕੁੜੀਆਂ ਵਰਗਾ ਲੱਗਦਾ ਸੀ, ਪਰ ਫਿਰ ਵੀ ਅਸੀਂ ਉਹਦੀਆਂ ਸਾਰੀਆਂ ਗਲਤੀਆਂ ਨੂੰ ਦੇਖਦੇ ਉਹਨੂੰ ਪਸੰਦ ਕਰਦੇ ਹਾਂ। ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਸ਼ੇਕਸਪੀਅਰ, ਮੈਨੂੰ ਲੱਗਦਾ ਕਿ ਜਿਹੜਾ ਕੋਈ ਬੱਚਾ ਇੰਗਲਿਸ਼ ਲਿਟਰੇਚਰ ਦਾ ਸਟੂਡੈਂਟ ਹੋਏਗਾ ਉਸ ਨੂੰ ਸ਼ੇਕਸਪੀਅਰ ਬਾਰੇ ਨਾ ਪਤਾ ਹੋਵੇ। ਇਹ ਤਾਂ ਕਿਹਾ ਜਾਂਦਾ ਕਿ ਜੇਕਰ ਸ਼ੇਕਸਪੀਅਰ ਦੇ ਉੱਤੇ ਇੱਕ ਪੂਰੀ ਲਾਇਬ੍ਰੇਰੀ ਬਣਾ ਦਿੱਤੀ ਜਾਵੇ ਤਾਂ ਵੀ ਥੋੜੀ ਹੈ। ਸ਼ੇਕਸਪੀਅਰ ਹਿਮਸੈਲਫ ਇਹ ਗੱਲ ਕਹੀ ਸੀ, ਸ਼ੇਕਸਪੀਅਰ ਹਿਮਸੈਲਫ ਮਾਈਟ ਨਾਟ ਹੈਵ ਅਚੀਵਡ ਸੋ ਮਚ ਇਫ ਦਾ ਸਪੈਂਸਰ ਹੈਡ ਨਾਟ ਲਾਈਟ ਔਨ ਲੀਵਰਡ। ਕਹਿੰਦਾ ਜੇਕਰ ਸਪੈਂਸਰ ਜਿਉਂਦਾ ਨਾ ਹੁੰਦਾ ਜਾਂ ਸਪੈਂਸਰ ਇੰਨੀ ਮਿਹਨਤ ਨਾ ਕਰਦਾ, ਹੋ ਸਕਦਾ ਹੈ ਕਿ ਸ਼ੇਕਸਪੀਅਰ ਹੈ ਜਿਹੜਾ ਉਹ ਵੀ ਨਾ ਹੁੰਦਾ। ਇਹ ਗੱਲ ਡਰਾਇਡਨ ਨੇ ਕਹੀ ਸੀ। ਹੁਣ ਡਰਾਇਡਨ ਸ਼ਬਦ ਨੂੰ ਕਿਵੇਂ ਯਾਦ ਰੱਖਾਂਗੇ, ਡਰਾਇਡਨ ਨੂੰ ਇਸ ਤਰੀਕੇ ਨਾਲ ਯਾਦ ਰੱਖਿਆ ਸਕਦਾ ਜਿਵੇਂ ਕਿਸੇ ਨੂੰ ਡਰਾਉਣਾ ਹੋਵੇ, ਕਿਸੇ ਨੂੰ ਦਬਾਉਣਾ ਹੋਵੇ। ਹੁਣ ਦੇਖੋ ਗੱਲ ਕੀ ਹੈ, ਜਦੋਂ ਕੋਈ ਪਰਸਨ ਪਹਿਲਾਂ ਤੋਂ ਮੌਜੂਦ ਸੀ, ਸਪੈਂਸਰ ਪਹਿਲਾਂ ਆਉਂਦਾ, ਸ਼ੇਕਸਪੀਅਰ ਬਾਅਦ ਚ ਆਉਂਦਾ। ਇਹ ਬੰਦੇ ਨੇ ਬਹੁਤ ਕੁਝ ਲਿਖਿਆ, ਸਪੈਂਸਰ ਨੇ ਆਪਣੀ ਥਿਊਰੀ ਦਿੱਤੀਆਂ, ਆਪਣੇ ਵਰਕ ਨੂੰ ਲਿਖਿਆ। ਉਸ ਤੋਂ ਬਾਅਦ ਜਿਹੜਾ ਸ਼ੇਕਸਪੀਅਰ ਸੀ, ਸ਼ੇਕਸਪੀਅਰ ਇੰਨਾ ਜ਼ਿਆਦਾ ਚਲਾਕ ਪਰਸਨ ਮੰਨਿਆ ਜਾਂਦਾ ਹੈ ਕਿ ਇਹਨੇ ਬਹੁਤ ਸਾਰੇ ਲੋਕਾਂ ਨੂੰ ਕਾਪੀ ਕੀਤਾ। ਭਾਵੇਂ ਉਹਦੇ ਵਿੱਚ ਲਗਾ ਲਓ ਤੁਸੀਂ ਯੂਨੀਵਰਸਿਟੀ ਬਿਟਸ ਸੀਗੇ ਜਿਹੜੇ ਹੋਰ ਵੀ ਇਸ ਤੋਂ ਪਹਿਲਾਂ ਆਏ। ਇਹਦੇ ਵਿੱਚ ਕੀ ਕਹਿੰਦਾ ਕਿ ਜੇਕਰ ਇਹ ਨਾ ਹੁੰਦਾ ਤਾਂ ਸ਼ੇਕਸਪੀਅਰ ਨਾ ਸੀ ਹੋਣਾ। ਤਾਂ ਇਹ ਬੰਦੇ ਨੇ ਇਹਦੇ ਆ ਕੇ, ਕੋਈ ਇੱਕ ਛੋਟਾ ਬੰਦਾ ਸੀਗਾ ਉਸ ਤੋਂ ਉਹ ਪਹਿਲਾਂ ਆਇਆ, ਉਸ ਤੋਂ ਬਾਅਦ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਰਕ ਦੇ ਉੱਤੇ। ਉਸ ਨੂੰ ਕਿਹਾ ਜਾਂਦਾ ਕਿ ਇਸ ਪਰਸਨ ਨੂੰ ਡਰਾ ਕੇ ਉਸ ਤੋਂ ਬਾਅਦ ਆਪਣਾ ਕ੍ਰੈਡਿਟ ਸਾਰਾ ਆਪ ਲੈ ਗਿਆ। ਇਹ ਸ਼ੇਕਸਪੀਅਰ ਦੀ ਗੱਲ ਸੀ ਜਿਹੜੀ ਡਰਾਇਡਨ ਨੇ ਕਹੀ ਸੀ। ਗੱਲ ਯਾਦ ਰੱਖੀਏ, ਡਰਾਇਡਨ, ਇਹਨੂੰ ਡਰਾਉਣ ਦਾ ਕੰਮ ਕੀਤਾ ਗਿਆ। ਇਹ ਡਰਾਇਡਨ ਸ਼ਬਦ ਯਾਦ ਰਹੇਗਾ। ਉਸ ਤੋਂ ਬਾਅਦ ਹੈਗੀ ਇੱਕ ਸਪੈਂਸਰ ਸਟੈਂਜਾ। ਇੱਕ ਮੈਂ ਕੱਲ ਜਦੋਂ ਇਸ ਤੋਂ ਪਹਿਲਾਂ ਜਿਹੜੀ ਕਲਾਸ ਸੀਗੀ ਜਿਹੜੀ ਐਲਿਜ਼ਾਬੈਥ ਏਜ ਦੇ ਉੱਤੇ ਸਭ ਤੋਂ ਪਹਿਲਾਂ ਜਿਹੜੀ ਕਲਾਸ ਜਿਹੜੀ ਲਈ ਗਈ ਸੀ, ਉਸ ਦੇ ਵਿੱਚ ਮੈਂ ਦੱਸਿਆ ਸੀਗਾ ਜਿਹੜੀ ਸਪੈਂਸਰ ਸੋਨਟ ਤੇ ਸ਼ੇਕਸਪੀਅਰ ਸੋਨਟ ਦੇ ਬਾਰੇ। ਅੱਜ ਹੈਗਾ ਸਪੈਂਸਰ ਸਟੈਂਜਾ। ਇਸ ਦੇ ਵਿੱਚ ਕੀ ਹੁੰਦੇ, 9 ਲਾਈਨਸ ਹੁੰਦੀਆਂ ਨੇ। ਇਹਦੇ ਵਿੱਚ ਕੀ ਹੁੰਦਾ, ਰਾਈਮ ਸਕੀਮ ਹੈ ਇਸ ਦੀ AB CD C। ਜਦੋਂ ਮੈਂ ਸੋਨਟ ਦੇ ਬਾਰੇ ਗੱਲ ਕੀਤੀ ਸੀ, ਸੋਨਟ ਦੇ ਵਿੱਚ ਮੈਂ ਦੱਸਿਆ ਸੀਗਾ ਕਿ ਇਸ ਪਰਸਨ ਨੇ ਹੌਲੀ ਹੌਲੀ ਤਰੱਕੀ ਕੀਤੀ। ਪਰ ਜਦੋਂ ਸ਼ੇਕਸਪੀਅਰ ਆਉਂਦਾ, ਸ਼ੇਕਸਪੀਅਰ ਦੇ ਸੋਨਟ ਆਉਂਦੇ, ਉਹਨੇ ਬੰਦੇ ਨੇ ਸਟੈਪ ਬਾਈ ਸਟੈਪ ਤਰੱਕੀ ਕੀਤੀ। ਇੱਕ ਸਟੈਪ ਤੇ ਚੜਿਆ, ਉਹਨੂੰ ਛੱਡਤਾ ਦੂਜੇ ਚੜਿਆ, ਇਸ ਨੂੰ ਛੱਡ ਇਸ ਤੇ ਚੜਿਆ, ਫਿਰ ਤੀਜੇ ਚੜ ਗਿਆ। ਜਿਵੇਂ ਐਗਜ਼ਾਮਪਲ ਲੈ ਲਓ, ਉਸ ਦਾ ਜਿਹੜਾ ਸੋਨਟ ਦਾ ਜਿਹੜੀ ਰਾਈਮ ਸਕੀਮ ਸੀ AB CD। ਮਤਲਬ ਕਿ ਪਹਿਲਾ ਵਾਲਾ ਸਟੈਪ ਸੀ ਜਿਹੜਾ B ਵਾਲਾ ਛੱਡਤਾ, AB ਦੋ ਵਾਰੀ ਯੂਜ਼ ਕਰ ਲਿਆ ਉਹਨੇ, ਛੱਡਤਾ ਫਿਰ CD, ਫਿਰ EF, ਉਸ ਤੋਂ ਬਾਅਦ G ਤੇ ਚਲਾ ਜਾਂਦਾ, ਰਿਸਪੈਕਟ ਮਿਲ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਇਹ ਪਰਸਨ ਸੀ ਇਹਨੇ ਹੌਲੀ ਤਰੱਕੀ ਕੀਤੀ ਸੀ। ਇਹਨੇ ਕੀਤਾ ਸੀਗਾ AB, ਇਹਨੇ ਉਸ ਸਟੈਪ ਨੂੰ ਨਾ ਛੱਡ ਕੇ B ਨੂੰ ਛੱਡ ਨਾ ਕਰਕੇ ਉਸ ਦੇ ਪੈਰ ਰੱਖਿਆ, ਉਹ ਅੱਗੇ ਚੱਲਿਆ, ਫਿਰ BC, ਫਿਰ C ਨੂੰ ਨਹੀਂ ਛੱਡਿਆ, CD, ਫਿਰ ਅੱਗੇ E ਆ ਜਾਂਦਾ ਹੈ। ਇਹਨੇ G ਇਹਨੂੰ ਨਹੀਂ ਮਿਲਿਆ ਕਿਉਂਕਿ G ਦੇ ਲਈ ਇਹ ਕਾਬਲ ਨਹੀਂ ਸੀ, ਕਿਉਂਕਿ ਇਸ ਤੋਂ ਪਹਿਲਾਂ ਇਹ ਪਰਸਨ ਆ ਗਿਆ ਸੀ। ਇਸਨੇ G ਦੀ ਰਿਸਪੈਕਟਫੁਲ ਲੈ ਲਿਆ ਸੀ ਲਿਟਰੇਚਰ ਦੇ ਵਿੱਚ ਸ਼ੇਕਸਪੀਅਰ ਨੇ, ਇਸ ਤਰੀਕੇ ਨਾਲ ਗੱਲ ਕੀਤਾ ਸੀ। ਪਰ ਹੁਣ ਕੀ ਹੈ, ਸ਼ੇਕਸਪੀਅਰ ਸਟੈਂਜਾ ਦੇ ਵਿੱਚ 9 ਲਾਈਨਸ ਨੇ। ਪਹਿਲਾਂ ਵਾਲੀਆਂ 8 ਲਾਈਨਾਂ ਜਿਹੜੇ ਐਮਬਿਕ ਪੈਂਟਾਮੀਟਰ ਦੇ ਵਿੱਚ ਨੇ। ਐਮਬਿਕ ਪੈਂਟਾਮੀਟਰ ਦੇ ਵਿੱਚ ਮੈਂ ਪਹਿਲਾਂ ਦੱਸ ਚੁੱਕਾ ਕੀ ਹੁੰਦਾ ਹੈ।
ਇਸ ਤੋਂ ਬਾਅਦ ਕੀ ਇਹਦੇ ਵਿੱਚ ਕੀ ਹੈ AB ਹੈ CD ਹੈ, ਕਿਉਂਕਿ ਇਹ ਸਟੈਪ ਬਾਈ ਸਟੈਪ ਨੇ ਸਟੈਂਜਾ ਦੇ ਵਿੱਚ ਸਟੈਪ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਇੱਕ ਪੌੜੀ ਫਿਰ ਦੂਸਰੀ ਪੌੜੀ ਉਸੇ ਪੌੜੀ ਦਿੱਤੀ, ਆਹ ਸਟੈਪ ਪਹਿਲਾ ਸੀ, ਉਸ ਤੋਂ ਬਾਅਦ ਉਹਨੇ ਛੱਡਿਆ, ਫਿਰ BCD ਕੀਤਾ, ਫਿਰ C ਕੀਤਾ, ਲਾਸਟ ਵਾਲਾ C ਹੈ। ਇਹ ਜਿਹਨੂੰ ਐਕਸਲੈਂਡਰ ਕਹਿ ਸਕਦੇ ਨੇ, ਐਕਸਲੈਂਡਰ ਦੀ ਲਾਈਨਸ ਕਹਿੰਦੇ ਨੇ ਲਾਸਟ ਵਾਲੀ ਪੈਂਟਾਮੀਟਰ ਦੇ ਵਿੱਚ। ਇਸ ਤੋਂ ਬਾਅਦ ਕੀ ਹੈ, ਇਹ ਪਰਸਨ ਹੁੰਦਾ ਕੋਈ ਵੀ ਇਨਸਾਨ ਹੈ ਜਿਸ ਬੰਦੇ ਨੇ ਇੰਨਾ ਸਟਰਗਲ ਕੀਤਾ ਹੋਵੇ, ਉਸ ਤੋਂ ਬਾਅਦ ਉਹ ਪਰਸਨ ਕਾਮਯਾਬੀ ਦੇ ਰਾਹਾਂ ਤੇ ਚੱਲਿਆ ਹੋਵੇ, ਉਸ ਤੋਂ ਕੁਝ ਲੋਕ ਇਨਫਲੂਐਂਸ ਵੀ ਹੁੰਦੇ ਨੇ। ਇਹਨੇ ਦੋ ਇਨਸਾਨਾਂ ਨੂੰ ਇਨਫਲੂਐਂਸ ਕੀਤਾ, ਉਹਦੇ ਵਿੱਚ ਸੀਗਾ ਜੌਨ ਮਿਲਟਨ ਤੇ ਜੌਨ ਕੀਟ। ਹੁਣ ਦੇਖੋ ਜੌਨ ਮਿਲਟਨ ਕੀ ਹੈ, ਮਿਲਟਨ ਦੀ ਮਾਡਲ ਹੈ, ਯਾਦ ਰੱਖੋਗੇ ਮਿਲਟਨ, ਉਹਦੇ ਵਿੱਚ ਕੀਟ ਪਏ ਹੋਏ ਨੇ, ਕੀਟੇ ਪਤੰਗੇ। ਹੁਣ ਜਦੋਂ ਵੀ ਮੰਨ ਕੇ ਚਲੋ ਅਸੀਂ ਮਿਲਟਨ ਦੀ ਗੱਲ ਕਰਦੇ ਹਾਂ, ਮਿਲਟਨ ਇੱਕ ਇਹੋ ਜਿਹਾ ਸ਼ਬਦ ਹੈ ਜਿਹੜੀ ਕੰਪਨੀ ਨੇ ਕਦੇ ਵੀ ਇੰਨੀ ਐਡਵਰਟਾਈਜ਼ਮੈਂਟ ਨਾ ਕਰਕੇ, ਆਪਣੀ ਕੁਆਲਿਟੀ ਦੀ ਧਿਆਨ ਦੇ ਕਰਕੇ, ਕੁਆਲਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣਾ ਨਾਮ ਮਾਰਕੀਟ ਦੇ ਵਿੱਚ ਬਣਾਇਆ, ਇਸ ਕਰਕੇ ਉਹ ਮਿਲਟਨ ਕੰਪਨੀ ਸੀ। ਜੌਨ ਕੀੜੇ ਮਕੌੜੇ ਹੁੰਦੇ ਨੇ, ਜਿਹੜੇ ਕੀਟ ਹੁੰਦੇ ਨੇ, ਇਹਨਾਂ ਦੀ ਵੈਲਿਊ ਕਿੰਨੀ ਹੁੰਦੀ ਹੈ ਉਸਦੇ ਮੁਕਾਬਲੇ, ਬਿਲਕੁਲ ਜ਼ੀਰੋ। ਇਸ ਕਰਕੇ ਦੇ ਬੰਦੇ ਇੱਕ ਤਾਂ ਬਹੁਤ ਮਸ਼ਹੂਰ ਪਰਸਨ ਸੀਗਾ, ਇੱਕ ਕੀੜੇ ਮਕੌੜੇ ਨੇ ਦੋਨਾਂ ਤਰ੍ਹਾਂ ਦੇ ਲੋਕਾਂ ਨੂੰ ਹੀ ਬਹੁਤ ਜ਼ਿਆਦਾ ਇਨਫਲੂਐਂਸ ਕੀਤਾ। ਮਿਲਟਨ ਮਤਲਬ ਕਿ ਮਸ਼ਹੂਰੀ ਦੇ ਪਸੰਦ ਹੋਏ, ਕੀਟ ਲੋਕ ਸੀਗੇ ਜਿਹੜੇ ਨੀਚੋਂ ਉੱਠ ਕੇ ਬਹੁਤ ਉੱਪਰ ਤਰ੍ਹਾਂ ਜਾਂਦੇ, ਇਹਨੂੰ ਕੀਟ ਕਹਿ ਸਕਦੇ ਆ ਆਪਾਂ, ਉਹਨੇ ਬੰਦੇ ਤਰੱਕੀਆਂ ਕੀਤੀਆਂ ਨੇ ਤਾਂ ਕਰਕੇ। ਇਸ ਤਰੀਕੇ ਨਾਲ ਯਾਦ ਕਰਨ ਦਾ ਤਰੀਕਾ ਹੋਰ ਕੋਈ ਨਹੀਂ ਹੈ ਕਿ ਲੰਬੇ ਸਮੇਂ ਤੱਕ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਬਣੀਆਂ ਰਹਿਣ, ਕਿਉਂਕਿ ਸਾਡੇ ਕੋਲੇ ਮਟੀਰੀਅਲ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂਕਿ ਸਿਲੇਬਸ ਬਹੁਤ ਬ੍ਰੌਡ ਹੈ, ਇਸ ਕਰਕੇ ਚੀਜ਼ਾਂ ਯਾਦ ਕਰਨ ਦਾ ਇੱਕ ਤਰੀਕਾ ਹੈ। ਇੱਕ ਗੱਲ ਕਹੀ ਸੀ ਕਿਸੇ ਨੇ, ਸੇਜ ਐਂਡ ਦਾ ਸੀਰੀਅਸ ਪੁਆਇੰਟ। ਸੇਜ ਕੀ ਹੁੰਦਾ, ਸੇਜ ਦਾ ਮਤਲਬ ਹੁੰਦਾ ਸਾਧੂ ਸੀ, ਇੱਕ ਸੀਰੀਅਸ ਪੁਆਇੰਟ ਸੀਗਾ, ਇਹ ਗੱਲ ਕਹੀ ਸੀ ਮਿਲਟਨ ਨੇ। ਹੁਣ ਮਿਲਟਨ ਕੰਪਨੀ ਕਹੇ ਦੀ ਕੰਪਨੀ ਹੈ ਜਿਹੜੀ ਕਿ ਸੀਰੀਅਸ ਕੰਪਨੀ ਹੈ, ਸੀਰੀਅਸ ਕੰਪਨੀ ਹੈ ਤੇ ਸੇਜ ਸਾਧੂ ਤਰ੍ਹਾਂ ਕੰਮ ਕਰਦੀ ਹੈ, ਨਾ ਤਾਂ ਕੁਝ ਬੋਲਦੇ, ਨਾ ਹੀ ਐਡਵਰਟਾਈਜ਼ਮੈਂਟ ਦਿੰਦੇ, ਨਾਮ ਹੀ ਇੰਨਾ ਜ਼ਿਆਦਾ ਹੋ ਚੁੱਕਿਆ, ਠੀਕ ਹੈ। ਇਸ ਕਰਕੇ ਕੀ ਹੈ, ਮਿਲਟਨ ਨੇ ਕਹੀ ਗੱਲ ਯਾਦ ਰਹੇਗਾ। ਉਸ ਤੋਂ ਬਾਅਦ ਇੰਗਲੈਂਡਸ ਫਸਟ ਈਪਿਕ ਪੁਆਇੰਟ, ਇੰਗਲੈਂਡ ਦਾ ਪਹਿਲਾ ਜਿਹੜਾ ਈਪਿਕ ਪੁਆਇੰਟ ਸੀਗਾ, ਇਹ ਗੱਲ ਕਹੀ ਸੀਗੀ ਮਿਲਟਨ ਨੇ। ਹੁਣ ਕੋਈ ਚੀਜ਼ ਪਹਿਲੀ ਹੈ, ਈਪਿਕ ਦਾ ਮਤਲਬ ਕਿ ਉਹ ਹੁੰਦਾ ਜਿਹੜੀ ਪ੍ਰੋਜ਼ ਦੀ ਫਾਰਮ ਦੇ ਵਿੱਚ ਜਾਂ ਐਸੇ ਦੀ ਫਾਰਮ ਦੇ ਵਿੱਚ ਲਿਖਿਆ ਜਾਵੇ, ਬਹੁਤ ਵੱਡਾ ਹੋਵੇ, ਉਹਨੂੰ ਈਪਿਕ ਕਹਿ ਸਕਦੇ ਆ। ਜਿਹਦਾ ਨਾਮ ਬਹੁਤ ਵੱਡਾ ਹੋ ਗਿਆ, ਇੰਗਲੈਂਡ ਦਾ ਸੀ ਬੰਦਾ, ਕਿਉਂਕਿ ਇੰਗਲੈਂਡ ਦਾ ਹੀ ਸੀਗਾ, ਕਹਿ ਸਕਦੇ ਨੇ ਬ੍ਰਿਟੇਨ ਦਾ। ਇਹ ਮਿਲਟਨ ਨੇ ਕਹੀ ਗੱਲ ਹੈ, ਇਹ ਮਿਲਟਨ ਕੰਪਨੀ ਦੀ ਗੱਲ ਹੈ, ਕਿਉਂਕਿ ਇਸ ਪਰਸਨ ਨੇ ਕਹੀ ਗੱਲ ਨਹੀਂ। ਜੌਨ ਕੀਟ ਨੇ ਰਾਈਟ ਕੀਤਾ ਸੀ, ਇੱਕ ਚੀਜ਼ ਲਿਖੀ ਸੀਗੀ, ਇਮੀਟੇਸ਼ਨ ਆਫ ਸਪੈਂਸਰ। ਇਮੀਟੇਸ਼ਨ ਦਾ ਮਤਲਬ ਕੀ ਹੁੰਦਾ, ਨਕਲ ਜਾਂ ਉਸੇ ਤਰ੍ਹਾਂ, ਇਹਨੇ ਉਸੇ ਤਰ੍ਹਾਂ ਦੀਆਂ ਗੱਲਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ। ਹੁਣ ਕੀਟ ਸੀ ਬੰਦਾ, ਲੈਵਲ ਨੀਚੇ ਉੱਠਿਆ ਕੀਟ ਪਤੰਗ, ਉਸ ਤੋਂ ਬਾਅਦ ਉਹਨੇ ਤਰੱਕੀ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕੀਤੀ, ਤਾਂ ਇਮੀਟੇਟ ਕਰਨ ਦੀ ਕੋਸ਼ਿਸ਼ ਕੀਤੀ ਇਹਨੇ, ਇਮੀਟੇਸ਼ਨ ਆਫ ਸਪੈਂਸਰ। ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਅੱਗੇ ਸੀਗੀ ਗੱਲ ਲੈਕ ਆਫ ਯੂਨਿਟੀ। ਲੈਕ ਆਫ ਯੂਨਿਟੀ ਕਿਹਨੇ ਕਿਹਾ ਸੀਗਾ, ਡਰਾਇਡਨ ਨੇ ਕਿਹਾ। ਹੁਣ ਕੋਈ ਬੰਦਾ, ਡਰਾਇਡਨ ਦਾ ਮਤਲਬ ਮੈਂ ਪਹਿਲਾਂ ਵੀ ਯਾਦ ਕਰਾਇਆ ਸੀ ਕਿ ਡਰਾ ਰਿਹਾ ਕੋਈ ਬੰਦਾ, ਕੋਈ ਡਰਾ ਰਿਹਾ ਤਾਂ ਡਰਾਇਡਨ ਹੈ। ਜਿਵੇਂ ਸ਼ੇਕਸਪੀਅਰ ਉਦੋਂ ਤੱਕ ਕੁਝ ਨਹੀਂ ਹੁੰਦਾ ਜੇਕਰ ਇਹ ਨਾ ਹੁੰਦਾ, ਜੇਕਰ ਇਹ ਲੇਬਰ ਨਾ ਕਰਦਾ, ਜੇਕਰ ਇਸ ਦੀ ਜਿਉਂਦਾ ਹੀ ਨਾ ਹੁੰਦਾ। ਇਹ ਡਰਾਇਡਨ ਦੀ ਗੱਲ ਕਹੀ ਸੀ, ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ, ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਇੱਥੇ ਵੀ ਇਹ ਲੈਕ ਆਫ ਯੂਨਿਟੀ ਹੈ। ਲੈਕ ਆਫ ਯੂਨਿਟੀ ਤੋਂ ਸਾਨੂੰ ਇਸ ਦੀਆਂ ਕਈ ਗੱਲਾਂ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ, ਕਿਉਂਕਿ ਇਸ ਪਰਸਨ ਨੇ ਬਹੁਤ ਲੰਮਾ ਸੰਘਰਸ਼ ਕਰਕੇ ਆਪਣੇ ਮੁਕਾਮ ਨੂੰ ਹਾਸਲ ਕੀਤਾ ਸੀ, ਪਰ ਇੱਕ ਇਹੋ ਜਿਹਾ ਵਰਕ ਲਿਖ ਦਿੱਤਾ ਜਿਸ ਦੇ ਕਾਰਨ ਇਸ ਦਾ ਸਾਰਾ ਕਰਿਆ ਧਰਿਆ ਜਿਹੜਾ ਕੰਮ ਸੀਗਾ ਉਹ ਜ਼ੀਰੋ ਹੋ ਜਾਂਦਾ ਹੈ। ਇਹਦੇ ਵਿੱਚ ਮੈਂ ਦੱਸਣ ਤੋਂ ਪਹਿਲਾਂ, ਲੈਕ ਆਫ ਯੂਨਿਟੀ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਦੇ ਥੋੜੇ ਜਿਹੇ 3 ਪੁਆਇੰਟ ਦੱਸਣ ਦੀ ਕੋਸ਼ਿਸ਼ ਕਰਾਂਗਾ। ਪਹਿਲੀ ਵਾਰ ਦੇਖੋ ਪਰਸਨ ਹੈ ਕੋਈ ਪੜ੍ਹਦਾ ਹੈ, ਉਸ ਤੋਂ ਬਾਅਦ ਸਕੂਲ ਦੇ ਵਿੱਚ ਪੜ੍ਹਦਾ ਹੈ, ਫਿਰ ਕਾਲਜ ਦੇ ਵਿੱਚ, ਫਿਰ ਯੂਨੀਵਰਸਿਟੀ ਦੇ ਵਿੱਚ। ਇਸ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ ਪਹਿਲੀ ਵਾਰ ਆਉਂਦਾ ਹੈ, ਇੱਥੇ ਕਲਾਸੀਕਲ ਪੋਇਟਰੀ ਸਿੱਖਦਾ ਹੈ, ਇਟਾਲੀਅਨ ਲੈਂਗੁਏਜ ਸਿੱਖਦਾ ਹੈ, ਬਹੁਤ ਸਾਰੀਆਂ ਹੀਬਰੂ, ਲੈਟਿਨ ਜਾਂ ਗ੍ਰੀਕ ਜਾਂ ਮਿਊਜ਼ਿਕ ਨੂੰ ਸਿੱਖਦਾ ਹੈ। ਸਿੱਖਣ ਤੋਂ ਬਾਅਦ ਦੂਸਰਾ ਇਹਦੀ ਜ਼ਿੰਦਗੀ ਦੇ ਵਿੱਚ ਪੜਾਅ ਆਉਂਦਾ ਹੈ, ਜਦੋਂ ਕੋਈ ਪਰਸਨ ਸਿੱਖ ਜਾਂਦਾ ਹੈ, ਫਿਰ ਉਹ ਕੰਮ ਕਰਨ ਦੀ ਤਲਾਸ਼ ਦੇ ਵਿੱਚ ਜਾਂਦਾ ਹੈ, ਫਿਰ ਲੰਡਨ ਚਲਾ ਜਾਂਦਾ ਹੈ। ਇਹਦਾ ਇੱਕ ਦੋਸਤ ਹੁੰਦਾ ਯੂਨੀਵਰਸਿਟੀ ਦਾ, ਗੈਬਰੀਅਲ ਹਾਰਵੇ, ਉਹਨੂੰ ਬੁਲਾਉਂਦਾ ਹੈ, ਵੀ ਆ ਜਾ ਤੂੰ ਇੱਥੇ ਲੰਡਨ ਦੇ ਵਿੱਚ ਆ ਜਾ, ਆਪਾਂ ਇੱਥੇ ਕੋਈ ਨਾ ਕੋਈ ਕੰਮ ਕਰਦੇ ਹਾਂ, ਉੱਥੇ ਕੋਈ ਲਿਖਤੇ ਦਾ ਕੰਮ ਕਰਾਂਗੇ, ਪੋਇਟਰੀ ਲਿਖਾਂਗੇ, ਜਾਂ ਉੱਥੇ ਕੋਈ ਡਰਾਮੇਸ ਵਗੈਰਾ ਲਿਖਾਂਗੇ, ਕੋਈ ਨਾ ਕੋਈ ਕੰਮ ਲਿਟਰੇਚਰ ਦਾ ਰਿਲੇਟਡ ਕਰਾਂਗੇ। ਉੱਥੇ ਲੈਸੈਸਟਰ ਨਾਮ ਦਾ ਇੱਕ ਪਰਸਨ ਉਹਦੇ ਘਰੇ ਰਹਿੰਦਾ ਹੈ। ਲੈਸੈਸਟਰ ਨਾਮ ਦੇ ਪਰਸਨ ਦੇ ਘਰੇ ਜਦੋਂ ਰਹਿੰਦਾ ਹੈ, ਉੱਥੇ ਆਪਣੇ ਵਧੀਆ ਕੰਮ ਵਰਕ ਲਿਖਦਾ ਹੈ, ਜਿਹਦੇ ਵਿੱਚ ਸ਼ੈਫਰਡ ਕੈਲੰਡਰ ਹੁੰਦਾ ਹੈ, ਫੈਰੀ ਕੁਈਨ ਹੁੰਦਾ ਹੈ। ਉਸ ਸਮੇਂ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਗਲੈਮਰਸ ਮਿਲਦੀ ਹੈ, ਬਹੁਤ ਜ਼ਿਆਦਾ ਮਸ਼ਹੂਰ ਵੀ ਹੁੰਦਾ ਹੈ। ਕੁਈਨ ਜਿਹੜੀ ਇਲਿਜ਼ਾਬੈਥ ਹੁੰਦੀ ਹੈ, ਇਹਨੂੰ ਬਹੁਤ ਜ਼ਿਆਦਾ ਪ੍ਰੇਸ ਕਰਦੀ ਹੈ, ਇਸ ਨੂੰ ਪੈਨਸ਼ਨ ਵੀ ਲਗਾ ਦਿੰਦੀ ਹੈ, ਇਸ ਨੂੰ ਪ੍ਰੇਸ ਦੇ ਤੌਰ ਤੇ ਅਵਾਰਡ ਵੀ ਦਿੰਦੀ ਹੈ, ਜਾਂ ਕੁਝ ਪੈਸੇ ਵੀ ਦਿੰਦੀ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ, ਇਹ ਇੱਕ, ਕਿਉਂਕਿ
ਇਹ ਅਵਾਰਡ ਦੇਣਾ ਮਤਲਬ ਇਹ ਹੁੰਦਾ ਕਿਉਂਕਿ ਬਹੁਤ ਸਾਰੇ ਫੈਰੀ ਕੁਈਨ ਦੇ ਵਿੱਚ ਜਾਂ ਸ਼ੈਫਰਡ ਕੈਲੰਡਰ ਦੇ ਜਿਹੜੇ ਵਰਕ ਸੀਗੇ ਇਹਦੇ ਵਿੱਚ ਜ਼ਿਆਦਾਤਰ ਪ੍ਰੇਜ਼ ਕਰਦਾ ਨਜ਼ਰ ਆਉਂਦਾ ਐਲਿਜ਼ਾਬੈਥ ਨੇ, ਕਿਉਂਕਿ ਐਲਿਜ਼ਾਬੈਥ ਨੂੰ ਲੱਗਦਾ ਕਿ ਪ੍ਰੇਜ਼ ਹੋ ਰਹੀ ਹੈ ਮੇਰੀ, ਇਸ ਕਰਕੇ ਤੋਂ ਪ੍ਰਭਾਵਿਤ ਹੋ ਜਾਂਦੀ ਹੈ। ਪਰ ਇੱਕ ਵਾਰ ਕੀ ਕਰਦਾ ਹੈ ਇਹ, ਉਸ ਤੋਂ ਬਾਅਦ ਐਂਗਲੀਕਨ ਜਿਹੜੀ ਚਰਚ ਹੁੰਦੀ ਹੈ ਉਸ ਨੂੰ ਕ੍ਰਿਟਿਸਾਈਜ਼ ਕਰਨਾ ਸਟਾਰਟ ਕਰਦਾ ਹੈ। ਉਸ ਦੇ ਵਿੱਚ ਕੀ ਹੁੰਦਾ ਹੈ, ਇਹ ਇੱਕ ਵਰਕ ਲਿਖਦਾ ਹੁੰਦਾ ਹੈ ਮਦਰ ਹੈਬਿਟਸ ਟੇਲ, ਉਹਦੇ ਵਿੱਚ ਇਹਨੂੰ ਕ੍ਰਿਟਿਸਾਈਜ਼ ਕਰ ਦਿੰਦਾ ਹੈ, ਜਿਹਦੇ ਕਾਰਨ ਇਹਦੀ ਸਾਰੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ। ਇਸ ਨੂੰ ਕੀ ਕੀਤਾ ਜਾਂਦਾ ਹੈ, ਇਹਨੂੰ ਬੈਨਿਸ਼ ਕਰ ਦਿੱਤਾ ਜਾਂਦਾ ਹੈ। ਜਦੋਂ ਬੈਨਿਸ਼ ਕਰ ਦਿੱਤਾ ਇਹਨੂੰ ਆਇਰਲੈਂਡ ਭੇਜ ਦਿੱਤਾ ਜਾਂਦਾ ਹੈ। ਉੱਥੇ ਉਹ ਥੋੜਾ ਕੁ ਸਮਾਂ ਰਹਿੰਦਾ ਹੈ, ਉੱਥੇ ਉਸ ਤੋਂ ਬਾਅਦ ਉਹ ਇਮੈਜੀਨੇਸ਼ਨ ਦੇ ਕੁਝ ਕਿਤਾਬਾਂ ਲਿਖਦਾ ਹੈ, ਆਪਣੇ ਆਪ ਨੂੰ ਨੈਚੁਰਲ ਬਿਊਟੀ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਇਸ ਪਰਸਨ ਦੀ ਲਾਈਫ ਰਹੀ ਹੈ। ਇਸ ਦਾ ਮਤਲਬ ਕਿ ਇਹਦੀ ਲਾਈਫ ਦੇ ਵਿੱਚ ਯੂਨਿਟੀ ਦੀ ਕਮੀ ਸੀ, ਕਿਉਂਕਿ ਜੇਕਰ ਪਹਿਲਾਂ ਪ੍ਰੇਜ਼ ਕਰਦਾ ਰਿਹਾ ਤਾਂ ਪ੍ਰੇਜ਼ ਹੀ ਕਰਦਾ ਰਹਿੰਦਾ, ਜੇਕਰ ਪਹਿਲਾਂ ਕ੍ਰਿਟਿਸਾਈਜ਼ ਕਰਦਾ ਰਿਹਾ ਕ੍ਰਿਟਿਸਾਈਜ਼ ਹੀ ਕਰਦਾ ਰਹਿੰਦਾ। ਪਹਿਲਾਂ ਇਹਨੇ ਪ੍ਰੇਜ਼ ਕੀਤੀ ਫਿਰ ਕ੍ਰਿਟਿਸਾਈਜ਼ ਕਰਨਾ ਸਟਾਰਟ ਕਰਤਾ ਤਾਂ ਯੂਨਿਟੀ ਬਣੀ ਨਹੀਂ ਉੱਥੇ ਐਲਿਜ਼ਾਬੈਥ ਨਾਲ। ਇਸ ਕਰਕੇ ਇਹ ਗੱਲ ਡਰਾਈਡਨ ਨੇ ਕਹੀ ਹੈ, ਯੂਨਿਟੀ ਜਦੋਂ ਬਣਦੀ ਨਹੀਂ ਤਾਂ ਅਸੀਂ ਕੁਝ ਡਰਦੇ ਰਹਿੰਦੇ ਹਾਂ, ਡਰਾਈਡਨ ਹੋ ਜਾਂਦੇ ਹਾਂ, ਡਰਦੇ ਡਰਾਈਡਨ, ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਇੱਕ ਗੱਲ ਕੀ ਸੀ, ਗ੍ਰੇਵ ਐਂਡ ਦਾ ਡੈਲੀਜੈਂਟ ਸਪੈਂਸਰ। ਗ੍ਰੇਵ ਦਾ ਮਤਲਬ ਇੱਥੇ ਗ੍ਰੇਵ ਦਾ ਮਤਲਬ ਕਬਰ ਨਹੀਂ ਹੁੰਦੀ, ਜਿਵੇਂ ਉੱਥੇ ਗਿਆ ਸੀਗਾ ਕਿ ਇਸ ਨੂੰ ਇੱਕ ਗ੍ਰੇਵ ਦੇ ਵਿੱਚ ਦਫਨਾਇਆ ਗਿਆ ਵੈਸਟਮਿੰਸਟਰ ਅਬੇ ਦੇ ਵਿੱਚ, ਇਹ ਉਹ ਗ੍ਰੇਵ ਨਹੀਂ ਹੈ। ਇੱਥੇ ਗ੍ਰੇਵ ਦਾ ਮਤਲਬ ਸੀਰੀਅਸ ਵੀ ਹੁੰਦਾ ਹੈ ਅਤੇ ਡੈਲੀਜੈਂਟ ਮਤਲਬ ਕਿ ਬਹੁਤ ਹੀ ਡੈਲੀਜੈਂਟ ਮਿਹਨਤੀ ਸਪੈਂਸਰ ਸੀਗਾ। ਇਹ ਬੈਨ ਜੌਨਸਨ ਨੇ ਕਹੀ ਸੀ। ਹੁਣ ਬੈਨ ਜੌਨਸਨ ਹੈ ਜਿਹੜਾ, ਇਸ ਨੇ ਦੋ ਚੀਜ਼ਾਂ ਕਹੀਆਂ ਸੀਗੀਆਂ, ਵੈਸੇ ਤਾਂ ਇਹ ਤਿੰਨ ਚੀਜ਼ਾਂ ਨੇ ਜਿਹੜੇ ਬੈਨ ਜੌਨਸਨ ਨੇ ਕਹੀਆਂ ਗਈਆਂ ਨੇ। ਕਹਿੰਦਾ ਸਪੈਂਸਰ ਰਾਈਟ ਨੋ ਲੈਂਗੁਏਜ, ਸਪੈਂਸਰ ਨੇ ਕੋਈ ਵੀ ਲੈਂਗੁਏਜ ਲਿਖੀ, ਜਾਂ ਕਿਵੇਂ ਕਰੋਗੇ ਦੇਖੋ ਐਗਜ਼ਾਮਪਲ ਲੈ ਲਓ। ਜਦੋਂ ਵੀ ਸਾਡੇ ਕੋਲ ਜੌਨਸਨ ਸ਼ਬਦ ਆਉਂਦਾ ਹੈ, ਜੌਨਸਨ ਜੋ ਸ਼ਬਦ ਆਉਂਦਾ ਸਾਡੇ ਦਿਮਾਗ ਦੇ ਵਿੱਚ ਉਸੇ ਵਕਤ ਇੱਕ ਚੀਜ਼ ਪਿਕਚਰ ਸਾਹਮਣੇ ਆਉਂਦੀ ਹੈ, ਜੌਨਸਨ ਬੇਬੀ, ਜੌਨਸਨ ਬੇਬੀ ਪਾਊਡਰ ਹੋ ਗਿਆ, ਜਾਂ ਆਪਾਂ ਦੇਖਦੇ ਹਾਂ ਕਿ ਜੌਨਸਨ ਬੇਬੀ ਸਾਬਣ ਹੋ ਗਈਆਂ, ਹੋਰ ਜਿਹੜੇ ਬੱਚਿਆਂ ਦੇ ਪ੍ਰੋਡਕਟ ਆਉਂਦੇ ਨੇ ਉਹ ਜੌਨਸਨ ਬੇਬੀ ਦੇ ਆਉਂਦੇ ਨੇ। ਹੁਣ ਦੇਖੋ ਬੈਨ ਜੌਨਸਨ ਹੈ, ਜਦੋਂ ਕੋਈ ਬੱਚਾ ਨਹੀਂ ਬੋਲਦਾ ਉਹਦੇ ਕੋਲੇ ਕੋਈ ਲੈਂਗੁਏਜ ਨਹੀਂ, ਸਾਨੂੰ ਸਮਝਣਾ ਪੈਂਦਾ ਹੈ। ਇਸ ਕਰਕੇ ਨੋ ਲੈਂਗੁਏਜ ਵਾਲਾ ਜਿਹੜਾ ਕਨਸੈਪਟ ਹੈ, ਜਿਹੜਾ ਗੱਲ ਹੈ, ਉਹ ਬੈਨ ਜੌਨਸਨ ਨੇ ਕਹੀ ਹੈ। ਦੂਸਰੀ ਗੱਲ ਹੈ ਗ੍ਰੇਵ ਹੈ ਤੇ ਡੈਲੀਜੈਂਟ ਸਪੈਂਸਰ ਹੈ। ਜਦੋਂ ਕੋਈ ਬੰਦਾ ਸੀਰੀਅਸ ਹੈ ਤੇ ਡੈਲੀਜੈਂਟ ਹੈ, ਮਿਹਨਤੀ ਹੈ, ਇਹ ਗੱਲ ਵੀ ਬੈਨ ਜੌਨਸਨ ਨੇ ਕਹੀ ਹੈ। ਕਿਉਂਕਿ ਜੌਨਸਨ ਨਾਮ ਦੀ ਕੰਪਨੀ ਹੈ ਜਿਹੜੀ, ਇਹ ਕਹਿੰਦੇ ਵੀ ਉਸ ਪਰਸਨ, ਇਸ ਤਰੀਕੇ ਨਾਲ ਯਾਦ ਕੀਤਾ ਜਾ ਸਕਦਾ ਹੈ ਕਿ ਜਿਹੜੀ ਜੌਨਸਨ ਨਾਮ ਦੀ ਕੰਪਨੀ ਹੈ, ਉਹ ਜਿਹੜੇ ਬੱਚੇ ਬਣਾਉਂਦੀ ਹੈ ਉਹ ਗ੍ਰੇਵ ਹੁੰਦੇ ਨੇ, ਬਹੁਤ ਮਿਹਨਤੀ ਹੁੰਦੇ ਨੇ, ਡੈਲੀਜੈਂਟ ਹੁੰਦੇ ਨੇ। ਡੈਲੀਜੈਂਟ ਬੱਚੇ ਨੂੰ ਹੀ ਮਤਲਬ ਕਿ ਜੌਨਸਨ ਕੰਪਨੀ ਦਾ ਪਾਊਡਰ ਲੱਗਦਾ ਹੈ। ਇਸ ਤਰੀਕੇ ਨਾਲ ਹੀ ਮਿਹਨਤੀ ਬੱਚਿਆਂ ਨੂੰ ਪਾਊਡਰ ਲੱਗਦਾ ਹੈ, ਕਿਉਂਕਿ ਛੋਟਾ ਬੱਚਾ ਉਹਨਾਂ ਲੈਂਗੁਏਜ ਨੂੰ ਕੋਈ ਆਉਂਦੀ ਨਹੀਂ ਹੁੰਦੀ। ਠੀਕ ਹੈ, ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਇਹਨੇ ਗੱਲ ਕਹੀ ਸੀਗੀ ਡੈਡ ਫॉर ਵਾਂਟ ਆਫ ਦੀ ਬ੍ਰੈਡ। ਹੁਣ ਬ੍ਰੈਡ ਬੱਚੇ ਨੂੰ ਚਾਹੀਦਾ, ਬੱਚੇ ਨੂੰ ਬ੍ਰੈਡ ਨਾ ਮਿਲੇ ਬੱਚਾ ਮਰ ਜਾਊਗਾ। ਇਹ ਪਰਸਨ ਸੀਗਾ ਜਿਹੜਾ ਬ੍ਰੈਡ ਦੀ ਭਾਲ ਦੇ ਵਿੱਚ ਮਰ ਜਾਂਦਾ ਹੈ, ਕਿਉਂਕਿ ਇਹਦੇ ਕੋਲ ਗਰੀਬੀ ਹੋ ਜਾਂਦੀ ਬਾਅਦ ਦੇ ਵਿੱਚ। ਠੀਕ ਹੈ, ਇਹ ਵੀ ਬੈਨ ਜੌਨਸਨ ਨੇ ਕਹੀ ਸੀ। ਇਸ ਕਰਕੇ ਜੌਨਸਨ ਨੇ ਕਹੀਆਂ ਗੱਲਾਂ ਨੇ ਜਿਹੜੀਆਂ ਤਿੰਨ ਨੇ। ਇੱਕ ਤਾਂ ਗ੍ਰੇਵ, ਜਦੋਂ ਗ੍ਰੇਵ ਗੱਲ ਕਰਦੇ ਆ ਤਾਂ ਗ੍ਰੇਵ ਤੇ ਡੈਲੀਜੈਂਟ ਸਪੈਂਸਰ, ਇਹ ਗੱਲ ਜੌਨਸਨ ਨੇ ਕਹੀ ਹੋਈ ਹੈ। ਸਪੈਂਸਰ ਰਾਈਟ ਨੋ ਲੈਂਗੁਏਜ ਨੇ ਕੋਈ ਵੀ ਲੈਂਗੁਏਜ ਨਹੀਂ ਲਿਖੀ, ਇਹ ਵੀ ਜੌਨਸਨ ਨੇ ਕਹੀ ਹੋਈ ਹੈ। The well of undefined English, well ਮਤਲਬ ਕਿ ਵਧੀਆ ਤਰੀਕੇ ਦੇ ਨਾਲ, ਜਿਹੜੀ undefined ਡਿਫਾਈਨ ਕੀਤਾ ਜਾ ਸਕਦਾ ਤੇ ਇੰਗਲਿਸ਼ ਨੂੰ ਉਹਨੇ ਵਧੀਆ ਤਰੀਕੇ ਨਾਲ ਡਿਫਾਈਨ ਕੀਤਾ। ਇਹ ਸਪੈਂਸਰ ਨੇ ਗੱਲ ਚੌਸਰ ਨੂੰ ਕਹੀ ਸੀ, ਕਿਉਂਕਿ ਚੌਸਰ ਸੀਗਾ ਜਿਹੜਾ ਫਸਟ ਇੰਗਲਿਸ਼ ਪੋਇਟ ਮੰਨਿਆ ਜਾਂਦਾ ਹੈ, ਸਪੈਂਸਰ ਸੀਗਾ ਜਿਹੜਾ ਸੈਕੰਡ ਇੰਗਲਿਸ਼ ਪੋਇਟ ਮੰਨਿਆ ਜਾਂਦਾ ਹੈ। ਇਸ ਕਰਕੇ ਇਹਨੇ ਵਧੀਆ ਤਰੀਕੇ ਦੇ ਨਾਲ ਇੰਗਲਿਸ਼ ਨੂੰ ਪੇਸ਼ ਕੀਤਾ ਸੀ ਪਹਿਲੀ ਵਾਰ। ਇਹ ਗੱਲ ਸੀਗੀ ਜਿਹੜੀ ਸਪੈਂਸਰ ਨੇ ਕਹੀ ਸੀ, ਤਾਂ ਹੀ ਕਰਕੇ ਤਾਂ ਸਪੈਂਸਰ ਨੂੰ ਜਿਹੜਾ ਸੀਗਾ ਦਫਨਾਇਆ ਗਿਆ ਸੀਗਾ ਗ੍ਰੇਵ ਦੇ ਵਿੱਚ, ਗ੍ਰੇਵਯਾਰਡ ਦੇ ਵਿੱਚ, ਜਿਹੜਾ ਵੈਸਟਮਿੰਸਟਰ ਅਬੇ ਦੇ ਨਾਲ ਹੀ ਦਫਨਾਇਆ ਗਿਆ ਸੀ। ਕਿਉਂਕਿ ਇਹ ਵੀ ਮੰਨਿਆ ਜਾਂਦਾ ਹੈ ਕਿ 80% ਜਿਹੜੇ ਸ਼ਬਦ ਨੇਗੇ ਜਿਹੜੇ ਉਹ ਸਪੈਂਸਰ ਨੇ ਚੌਸਰ ਦੇ ਜਿਹੜੇ ਵਰਕ ਨੇ ਇਹਦੇ ਵਿੱਚੋਂ ਲਏ ਨੇ। ਇਸ ਕਰਕੇ ਯਾਦ ਕੀਤਾ ਜਾ ਸਕਦਾ ਹੈ ਕਿ ਬੰਦੇ ਨੇ ਕਿਹਾ ਕਿ ਬਹੁਤ ਵਧੀਆ ਤਰੀਕੇ ਨਾਲ ਇੰਗਲਿਸ਼ ਨੂੰ ਪੇਸ਼ ਕੀਤਾ। ਇਹ ਸਪੈਂਸਰ ਨੇ ਖੁਦ ਕਿਹਾ ਸੀਗਾ ਚੌਸਰ ਨੂੰ। ਉਸ ਤੋਂ ਬਾਅਦ ਕੀ ਹੈ, ਮੈਂਬਰ ਆਫ ਦੀ ਲਿਟਰਰੀ ਗਰੁੱਪ, ਇੱਕ ਲਿਟਰਰੀ ਗਰੁੱਪ ਸੀਗਾ ਉਹਦੇ ਮੈਂਬਰ ਰਿਹਾ ਇਹ। ਇਸ ਨੂੰ ਕਿਵੇਂ ਯਾਦ ਰੱਖਾਂਗੇ, ਐਰੋਪੈਗਸ ਨਾਮ ਸੀਗਾ। ਐਰੋ ਦਾ ਮਤਲਬ ਹੁੰਦਾ ਹਵਾ ਦੇ ਵਿੱਚ ਕੋਈ ਬੰਦਾ ਪਰਸਨ ਨੀਚੋਂ ਉੱਠਿਆ, ਉਸ ਤੋਂ ਬਾਅਦ ਤਰੱਕੀ ਕੀਤੀ ਹੈ, ਉਸ ਤੋਂ ਬਾਅਦ ਹਵਾ ਚ ਉੱਡਿਆ, ਪੈਗਸ ਬਣਿਆ। ਪੈਗਸ ਦਾ ਮਤਲਬ ਕਿ ਉੱਡਿਆ, ਤਾਂ ਐਰੋਪੈਗਸ ਐ ਯਾਦ ਰੱਖ ਸਕਦੇ ਆ, ਐਰੋ ਹਵਾ ਦੇ ਵਿੱਚ, ਪੈਗ ਬਣਿਆ। ਠੀਕ ਹੈ, ਉਹ ਐਰੋਪੈਗਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਇਹ ਪਰਸਨ ਸੀਗਾ ਜਿਹੜਾ ਇੱਕ ਲਿਟਰਰੀ ਗਰੁੱਪ ਸੀਗਾ ਉਹਦਾ ਵੀ ਮੈਂਬਰ ਰਿਹਾ, ਕਿਉਂਕਿ ਬੰਦਾ ਦੇਖੋ ਗਰਾਊਂਡ ਲੈਵਲ ਤੋਂ ਉੱਠਿਆ, ਕਿੰਨੀ ਮਿਹਨਤ ਕੀਤੀ ਹੈ, ਚੀਜ਼ਾਂ ਨੂੰ ਸਿੱਖਿਆ, ਉਸ ਤੋਂ ਬਾਅਦ ਤਰੱਕੀ ਕੀਤੀ ਹੈ। ਉਸ ਤੋਂ ਬਾਅਦ ਸੀਗਾ ਇਹ ਪਹਿਲਾ ਪਰਸਨ ਸੀਗਾ ਜਿਸ ਪਰਸਨ ਨੂੰ
ਸਮਝ ਲਓ ਕਿ ਸੈਲਰੀ ਦੇ ਰੂਪ ਦੇ ਵਿੱਚ ਮਨੀ ਮਿਲੀ ਹੈ ਜਾਂ ਸੈਲਰੀ ਮਿਲੀ ਹੈ ਜਾਂ ਇਸ ਨੂੰ ਪੈਨਸ਼ਨ ਵੀ ਲੱਗੀ ਸੀਗੀ ਬਾਅਦ ਦੇ ਵਿੱਚ, ਹਾਲਾਂਕਿ ਕੰਟੀਨਿਊ ਨਹੀਂ ਹੋ ਪਾਈ। ਜਦੋਂ ਇਸਨੇ ਕ੍ਰਿਟਿਸਿਜ਼ਮ ਕਰਨਾ ਸਟਾਰਟ ਕਰਤਾ ਸੀ, ਮਦਰ ਹੈਵ ਟੀਅਰਸ ਲਿਖ ਦਿੱਤੀ ਸੀ। ਇਹ ਫਸਟ ਰਾਈਟਰ ਸੀਗਾ ਹੂ ਅਰਨਸ ਮਨੀ, ਜਿਸ ਬੰਦੇ ਨੇ ਪੈਸੇ ਨੇ ਜਿਹੜੇ ਕਮਾਏ ਨੇ ਰਾਈਟਿੰਗ ਦੀ ਫਾਰਮ ਦੇ ਵਿੱਚ, ਉਹ ਕਿ WYB ਯੀਟ ਨੇ ਕਿਹਾ ਸੀ। ਹੁਣ ਯੀਟ ਤੇ ਚੀਟ ਦੋ ਸ਼ਬਦ ਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜੀ ਰਾਈਮ ਸਕੀਮ ਹੈ ਸੇਮ ਹੀ ਆਉਂਦੀ ਹੈ, ਯੀਟ ਤੇ ਚੀਟ ਕਰਨਾ। ਇਸ ਪਰਸਨ ਨੇ ਕਿਸੇ ਨੇ ਚੀਟ ਥੋੜੀ ਨਾ ਕੀਤਾ ਸੀ, ਇਸ ਬੰਦੇ ਦੇ ਵਿੱਚ ਕਲਾ ਸੀ। ਜਿਸ ਪਰਸਨ ਦੇ ਵਿੱਚ ਕਲਾ ਹੁੰਦੀ ਹੈ ਉਹ ਆਪਣੀ ਵੈਲਿਊ ਜ਼ਰੂਰ ਲੈਂਦਾ ਹੈ। ਇਹਨੇ ਆਪਣੀ ਵੈਲਿਊ ਸੀ ਜਿਹੜੀ ਉਹ ਆਪਣੀ ਕਮਾਉਣ ਦੀ ਕੋਸ਼ਿਸ਼ ਕੀਤੀ, ਇਸ ਕਰਕੇ ਮਨੀ ਕਮਾਈ ਇਸ ਬੰਦੇ ਨੇ। ਯੀਟ, ਕਿਸੇ ਨੇ ਚੀਟ ਨਹੀਂ ਕੀਤਾ। ਵਾਈ ਵੀ ਚੀਟ ਕਿਉਂ ਨਹੀਂ ਚੀਟ ਕੀਤਾ? ਕਿਉਂਕਿ ਬੰਦੇ ਦੇ ਵਿੱਚ ਕਲਾ ਸੀ। ਇਸ ਕਰਕੇ ਕਹਿ ਸਕਦੇ ਹਾਂ ਅਸੀਂ ਕਿ ਬੰਦੇ ਨੇ ਜਿਹੜੀ ਮਨੀ ਕਮਾਈ ਸੀ ਵਾਈ ਵੀ ਚੀਟ ਦੇ ਨਾਮ ਤੇ ਨੇ ਇਹ ਗੱਲ ਕਹੀ ਸੀ। ਕਿਸ ਨੂੰ? ਜਿਹੜਾ ਪਹਿਲਾ ਰਾਈਟਰ ਸੀ ਜਿਹਨੇ ਮਨੀ ਕਮਾਈ, ਫਸਟ ਰਾਈਟਰ ਹੂ ਅਰਨਸ ਮਨੀ, ਇਹ ਵਾਈ ਵੀ ਚੀਟ ਨੇ ਕਹੇ ਹੋ ਸਕਦਾ। ਇਹ ਮੈਨੂੰ ਲੱਗਦਾ ਕਿ ਸਮਝ ਆ ਚੁੱਕੀ ਹੋਵੇਗੀ। ਇਸ ਤੋਂ ਬਾਅਦ ਸੀਗਾ ਜਿਹੜੀਆਂ ਇਹਦੇ ਕੁਝ ਹੋਰ ਇੱਕ ਇੰਪੋਰਟੈਂਟ ਕਈ ਵਾਰੀ ਕੁਐਸਚਨ ਪੁੱਛ ਲੈਂਦਾ ਹੈ ਕਿ ਪਹਿਲੀ ਜਿਹੜੀ ਮੈਰਿਜ ਹੋਈ ਸੀ, ਇਹਦੀ ਸ਼ਾਦੀ ਹੋਈ ਸੀ 1579 ਦੇ ਵਿੱਚ ਹੋਈ, ਇੱਕ ਮੈਕਮਾਈਸ ਚਾਈਲਡ ਨਾਲ ਹੋਈ ਸੀ। ਯਾਦ ਕਿਵੇਂ ਰੱਖਾਂਗੇ? ਦੇਖੋ ਮੈਕਮਾਈਸ ਸੀਗਾ ਚਾਈਲਡ ਇਹਨਾਂ ਕੇ ਬੱਚਾ ਬਚਪਨ ਦੀ ਤਰ੍ਹਾਂ ਸੀ। ਹੁਣ ਜਿਹੜਾ ਬਚਪਨ ਦੀ ਤਰ੍ਹਾਂ ਸੀ ਲੰਮਾ ਸਮਾਂ ਨਹੀਂ ਚੱਲ ਪਾਇਆ। ਬੱਚਿਆਂ ਨਾਲ ਹੁਣ ਸੀਰੀਅਸ ਪਰਸਨ ਸੀਗੇ ਜਿਹੜੇ ਐਨੇ ਗ੍ਰੇਵ ਮਿਹਨਤੀ, ਇਹਨਾਂ ਨੇ ਤਗੜੇ ਨੌਲੇਜ ਵਾਲੇ ਪਰਸਨ, ਇਹ ਲੰਮਾ ਸਮਾਂ ਕਿਵੇਂ ਚੱਲਣਗੇ ਇਹਨਾਂ ਨਾਲ? ਇਸ ਕਰਕੇ ਲੰਮਾ ਸਮਾਂ ਸ਼ਾਦੀ ਨਾ ਚੱਲ ਪਾਈ। ਚਾਈਲਡ ਸੀਗੀ ਦੀ ਪਹਿਲੀ ਦੀ ਵਾਈਫ ਸੀ। 1579 ਦੇ ਵਿੱਚ ਇਹਨਾਂ ਸ਼ਾਦੀ ਹੋਈ ਸੀ। 1597 ਦੇ ਨਾਲ ਹੀ ਉਸ ਵਕਤ ਹੀ ਇਸਨੇ ਸ਼ੈਫਰਡ ਕੈਲੰਡਰ ਲਿਖਿਆ ਸੀ। ਉਸ ਤੋਂ ਬਾਅਦ ਸੀਗਾ ਸੈਕੰਡ ਜਿਹੜੀ ਇਹਦੀ ਵਾਈਫ ਸੀ ਯਾਰ ਐਲਿਜ਼ਾਬੈਥ ਬਾਇਲੇ। ਐਲਿਜ਼ਾਬੈਥ ਬਾਇਲੇ ਦੀ ਬਿਲਵਡ ਸੀ। 1594 ਦੇ ਵਿੱਚ 1594 ਦੇ ਵਿੱਚ ਇਸ ਦੇ ਨਾਲ ਸ਼ਾਦੀ ਹੁੰਦੀ ਹੈ। ਇਸ ਨੇ ਇਸ ਤੋਂ ਬਾਅਦ ਇਸ ਨੂੰ ਇੱਕ ਸੋਨਟ ਲਿਖਿਆ ਸੀ ਐਮਰਟੀ, ਜਿਹੜਾ ਇੱਕ ਮੈਰਿਜ ਸੌਂਗ ਦੀ ਫਾਰਮ ਦੇ ਵਿੱਚ ਸੀ। ਇਸ ਤੋਂ ਬਾਅਦ ਇਹ ਯਾਦ ਕੀਤਾ ਜਾ ਸਕਦਾ ਹੈ ਇਸ ਨੇ ਐਲਿਜ਼ਾਬੈਥ ਦੀ ਪ੍ਰੇਜ਼ ਵੀ ਕੀਤੀ ਹੈ। ਇਹਦੀ ਵਾਈਫ ਸੀਗੇ ਜਾਂ ਬਿਲਵਡ ਸੀ ਇਹਦੇ ਇੱਕ ਵਰਕ ਦੇ ਵਿੱਚ। ਇਹਦੇ ਉਸ ਤੋਂ ਬਾਅਦ ਮੈਂ ਜਿਹੜੇ ਇਸ ਦੇ ਮੋਸਟ ਇੰਪੋਰਟੈਂਟ ਵਰਕ ਨੇ, ਇਸ ਦਾ ਜਿਹੜੀ ਵੀਡੀਓ ਹੈ ਇਸ ਤੋਂ ਬਾਅਦ ਆਏਗੀ, ਕਿਉਂਕਿ ਜੋ ਮੇਨ ਇਹਦਾ ਵਰਕ ਹੈ, ਜੋ ਮੇਨ ਜਿਹਨੂੰ ਕਿਸ ਨੂੰ ਕਿਹਾ ਜਾਂ ਇਹਦੀ ਲਾਈਫ ਸਪੈਨ ਹੈ, ਕਿਸ ਤਰ੍ਹਾਂ ਦੀ ਮੋਸਟ ਇੰਪੋਰਟੈਂਟ ਕੁਐਸਚਨ ਨੇ, ਉਹ ਮੈਂ ਤੁਹਾਨੂੰ ਸਿਰਫ ਪੇਸ਼ ਹੀ ਨਹੀਂ ਕੀਤੇ ਜਾਂ ਸਿਰਫ ਇਨਫੋਰਮੇਸ਼ਨ ਹੀ ਦਿੱਤੀ, ਤੇ ਯਾਦ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਆਪਣੇ ਕੋਲੇ ਥੋੜਾ ਕੁ ਟਾਈਮ ਹੈ, ਇਸ ਲਈ ਆਪਾਂ ਇਹਦੇ ਕੁਝ ਮੇਜਰ ਵਰਕ ਨੇ ਜਿਹੜੇ ਉਹਨਾਂ ਨੂੰ ਦੇਖ ਲੈਂਦੇ ਆ। ਸ਼ੈਫਰਡ ਕੈਲੰਡਰ ਇਹਦਾ ਮੇਜਰ ਵਰਕ ਹੈ। ਸ਼ੈਫਰਡ ਹੈ ਜਿਹੜਾ ਸ਼ਬਦ ਹੈ ਜਿਹੜਾ ਲਿਟਰੇਚਰ ਦੇ ਵਿੱਚ ਜਾਂ ਇੰਗਲਿਸ਼ ਲਿਟਰੇਚਰ ਦੇ ਵਿੱਚ ਬਹੁਤ ਹੀ ਪਵਿੱਤਰ ਸ਼ਬਦ ਮੰਨਿਆ ਜਾਂਦਾ ਹੈ। ਸ਼ੈਫਰਡ ਕੈਲੰਡਰ, ਇਹ ਸਮਝ ਲਓ ਕਿ ਕੈਲੰਡਰ ਦੇ ਵਿੱਚ 12 ਮਹੀਨੇ ਹੁੰਦੇ ਨੇ। ਕੈਲੰਡਰ ਤੋਂ ਯਾਦ ਰੱਖਾਂਗੇ ਇਹ 12 ਐਕਲੋਗ ਪੇਸ਼ ਕਰਦਾ ਹੈ। 12 ਇਕੋਲੋਗ ਨੇ, 12 ਮਹੀਨੇ ਨੇ। ਇਹ ਪਾਸਟਰਲ ਪੋਇਮ ਹੈ। ਪਾਸਟਰਲ ਪੋਇਮ ਉਹ ਪੋਇਮ ਹੁੰਦੀ ਜਿਹੜੀ ਪਿੰਡੂ ਖੇਤਰ ਦੇ ਵਿੱਚ ਹੁੰਦੀ ਹੈ, ਕਿਉਂਕਿ ਜਿਹੜੇ ਇਹ ਦੇਖੋ ਸ਼ੈਫਰਡ ਹੁੰਦੇ ਨੇ ਜਿਹੜੇ ਇਹ ਸਮਝ ਲਓ ਕਿ ਜਿਹੜੇ ਭੇਡਾਂ ਬੱਕਰੀਆਂ ਚਾਰਨ ਸ਼ੈਫਰਡ ਕਹਿੰਦੇ ਨੇ ਆਪਾਂ, ਭੇਡ ਚਾਰ ਵਾਲੇ। ਉਸ ਕਰਕੇ ਪਿੰਡਾਂ ਦੇ ਵਿੱਚ ਹੁੰਦੇ ਨੇ, ਸ਼ਹਿਰਾਂ ਤਾਂ ਹੁੰਦੇ ਨੇ ਸ਼ੈਫਰਡ। ਇਸ ਕਰਕੇ ਪਾਸਟਰਲ ਪੋਇਮ ਹੈ। ਸਾਰੀਆਂ ਚੀਜ਼ਾਂ ਕੋਰਿਲੇਟ ਹੋ ਰਹੀਆਂ ਨੇ, ਪਰ ਹੁਣ ਜੇਕਰ ਨਹੀਂ ਹੋ ਰਹੀ ਤਾਂ ਮੈਂ ਕੁਝ ਨਾ ਕੁਝ ਪੇਸ਼ ਕਰ ਰਿਹਾ, ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਤੁਹਾਡੇ ਲੰਮੇ ਸਮੇਂ ਤੱਕ ਯਾਦ ਰਹੇ। ਇਹ 1579 ਦੇ ਵਿੱਚ ਲਿਖੀ ਗਈ ਸੀ, ਜਦੋਂ ਇਸ ਦੀ ਪਹਿਲੀ ਵਾਈਫ ਸੀ ਜਿਹਨਾਂ ਨਾਲ ਸ਼ਾਦੀ ਹੋਈ ਸੀ ਇਸ ਦੀ। ਇਹਦਾ ਇੱਕ ਇਸਨੇ ਆਪਣੇ ਨਾਮ ਤੋਂ ਪਬਲਿਸ਼ ਨਹੀਂ ਕਰਾਇਆ, ਇੱਕ ਸੀਡੋ ਨਾਮ ਤੋਂ ਪਬਲਿਸ਼ ਕਰਵਾਈ ਸੀ ਜਿਸ ਦਾ ਨਾਮ ਸੀ ਇਮੋਰੇਟੀ। ਇਮੋਰੇਟੀ ਦੇ ਨਾਮ ਤੋਂ ਇਸਨੇ ਹੀ ਪਬਲਿਸ਼ ਕਰਵਾਈ ਸੀ ਇਮੋਰੇਟੀ, ਕਿਉਂਕਿ ਪਹਿਲਾ ਵਰਕ ਸੀ ਐਮੀ ਕਰਾਤਾ ਨੇ। ਪਹਿਲਾ ਵਰਕ ਸੀ ਕਿਹਨੇ ਆਪਦਾ ਨਾਮ ਜਾਂ ਲੈ ਲਿਆ ਇਮੋ, ਕਿਵੇਂ ਯਾਦ ਰੱਖੋਗੇ? ਐਮੀ ਲੈ ਲਿਆ ਨਾਮ ਕਿ ਚਲੋ ਕੋਈ ਨਾ ਆਪਾਂ ਐਮੀ ਨਾਮ ਲੈ ਲਾਂਗੇ ਆ ਇਮੋਰੇਟੀ ਸਭ ਤੋਂ ਯਾਦ ਰੱਖਣਾ ਇਮੋਰੇਟੀ। ਇਸ ਤੋਂ ਬਾਅਦ ਸੀਗਾ ਸੈਕੰਡ ਸੀਗਾ ਜਿਹੜਾ ਮੋਸਟ ਪ੍ਰੋਮਿਨੈਂਟ ਔਰ ਮੋਸਟ ਦਾ ਲੌਂਗੇਸਟ, ਆਪਾਂ ਕਹਿ ਸਕਦੇ ਲੌਂਗੇਸਟ ਐਪਿਕ ਆਫ ਦੀ ਐਲਿਜ਼ਾਬੈਥਨ ਪੀਰੀਅਡ ਦਾ ਜਿਹੜਾ ਸੀਗਾ ਉਹ ਫੈਰੀ ਕੁਈਨ ਹੈ। ਇਹਨੂੰ 3 ਵਾਰ ਪਬਲਿਸ਼ ਕਰਵਾਇਆ ਗਿਆ। ਪਹਿਲੀ ਵਾਰ 3 ਬੁੱਕਸ ਪਬਲਿਸ਼ ਕਰਵਾਈਆਂ 1590 ਦੇ ਵਿੱਚ, ਫਿਰ 3 ਬੁੱਕਸ ਫਿਰ ਪਬਲਿਸ਼ ਕਰਵਾਈਆਂ 1596 ਦੇ ਵਿੱਚ, ਫਿਰ 3 ਔਰ 3 6 ਇਕੱਠੀਆਂ ਕਰਕੇ ਇੱਕ ਹੋਰ 7 ਦਾ ਥੋੜਾ ਜਿਹਾ ਪਾਰਟ, 2 ਕੈਂਟੋਸ ਕਹਿ ਸਕਦੇ ਹਾਂ ਕਿ 2 ਸੌਂਗ ਸੀ ਉਹਨਾਂ ਨੇ ਪੇਸ਼ ਕੀਤਾ ਗਿਆ 609 ਦੇ ਵਿੱਚ। ਇਹ ਜਦੋਂ ਇਸ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਨੂੰ ਪੇਸ਼ ਕੀਤਾ ਗਿਆ। ਇਹ ਮੈਂ ਇਸ ਨੂੰ ਇਹ ਜਿਹੜੇ 2 ਵਰਕ ਨੇ ਵੈਸੇ ਹੀ ਥੋੜਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕੀ ਹੈ। ਇਸ ਤੋਂ ਬਾਅਦ ਜਿਹੜਾ ਅਗਲੀ ਕਲਾਸ ਆਏਗੀ ਇਹਦੇ ਵਰਕ ਤੇ ਆਏਗੀ। ਵਰਕ ਹੈ ਜਿਹੜਾ ਕਿਸ ਤਰੀਕੇ ਨਾਲ ਕਿਵੇਂ ਕੁਐਸਚਨ ਪੁੱਛੇ ਜਾਣਗੇ ਉਹ ਮੈਂ ਬਿਲਕੁਲ ਡਿਟੇਲ ਦੇ ਵਿੱਚ ਅਗਲੀ ਕਲਾਸ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮੇਰੀ ਸਭ ਨੂੰ ਇਹ ਰਿਕੁਐਸਟ ਹੈ ਕਿ ਜੇਕਰ ਤੁਹਾਨੂੰ ਮੇਰਾ ਕੰਮ ਹੈ ਜਿਹੜਾ ਪਸੰਦ ਆਇਆ, ਜਿਸ ਤਰੀਕੇ ਨਾਲ ਮੈਂ ਚੀਜ਼ਾਂ ਨੂੰ ਪੇਸ਼ ਕੀਤਾ ਹੈ ਜਾਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਲੰਮੇ ਸਮੇਂ ਤੱਕ ਯਾਦ ਕਰਾਉਣ ਦੀ ਕੋਸ਼ਿਸ਼ ਕਰ ਰਿਹਾ,
ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਜਾਂ ਵੀ ਜੋ ਵੀ ਕੋਈ ਲਿਟਰੇਚਰ ਦੇ ਨਾਲ ਜੁੜਿਆ ਹੋਇਆ ਜਾਂ ਮਾਸਟਰ ਕੈਡਰ, ਇਹ ਵੀਡੀਓ ਸਿਰਫ ਮਾਸਟਰ ਕੈਡਰ ਨੂੰ ਮੱਦੇਨਜ਼ਰ ਰੱਖਦੇ ਹੋਏ ਬਣਾਈ ਗਈ ਹੈ। ਮੈਂ ਮਾਸਟਰ ਕੈਡਰ ਦਾ ਜਿਹੜਾ ਕੋਰਸ ਹੈ ਪੂਰਨ ਤੌਰ ਦੇ ਉੱਤੇ ਸਾਰੇ ਦਾ ਸਾਰਾ YouTube ਦੇ ਉੱਤੇ ਕੰਪਲੀਟ ਕਰਾਉਣ ਦੀ ਕੋਸ਼ਿਸ਼ ਕਰਾਂਗਾ। ਉਮੀਦ ਹੈ ਤੁਹਾਨੂੰ ਸਮਝ ਆਈ ਹੋਵੇਗੀ। ਥੈਂਕ ਯੂ, ਹੈਵ ਅ ਨਾਈਸ ਡੇ। ਸਤਿ ਸ੍ਰੀ ਅਕਾਲ ਜੀ।